ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਲ ਸ਼੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਵਸ ਵਿਸੋਏ ਕੋ ਜਬ ਆਇਓ। ਸਤਿਗੁਰ ਕਾਰਨ ਹਰਿ ਡਸਾਇਓ। ਪੂਛੇ ਥਾਨ ਸਿੰਘਾਸਨ ਫਿਰਿਓ। ਅਨਗਨ ਮੇਲ ਮਾਨਤੈ ਜੁਰਿਓ। ਦਿਵਸ ਵਿਸੋਏ ਕੋ ਜਬ ਆਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਦਿਨ ਦੇ ਚੌਥੇ ਪਹਿਰ ਦੇ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਇਕੱਤਰ ਹੋਏ ਬੈਠੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਮਹਾਰਾਜ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਿਰਪਾਲਤਾ ਕੀਤੀ ਹੈ ਜੋ ਸਤਿਗੁਰੂ ਸਾਹਿਬ ਜੀ ਦੇ ਪਾਵਨ ਅਸਥਾਨਾਂ ਤੇ ਹਾਜ਼ਰੀਆਂ ਭਰਨ ਦਾ ਹਰ ਦਾ ਸਰਵਣ ਕਰਨ ਦਾ ਸਾਨੂੰ ਸੁਭਾਗ ਸਮਾਂ ਮਿਲਿਆ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਪ੍ਰਸੰਗ ਸਰਵਣ ਕੀਤੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਿੱਟਿਆਂ ਬਾਜਾਂ ਵਾਲੇ ਗਰੀਬ ਨਵਾਜ ਸਤਿਗੁਰੂ ਦੇ ਪਾਸ ਬਚਨ ਚੱਲਿਆ। ਗੁਰਮੁਖ ਪਿਆਰਿਆਂ ਦਾ ਭਗਤ ਕਬੀਰ ਸਾਹਿਬ ਜੀ ਦਾ ਨਾਮ ਸਾਹਮਣੇ ਆਇਆ ਤਾਂ ਸਤਿਗੁਰਾਂ ਸਵਾਲ ਕੀਤਾ ਵੀ ਕਬੀਰ ਸਾਹਿਬ ਦੇ ਵੇਲੇ ਦੱਸੋ ਪਾਤਸ਼ਾਹ ਕੌਣ ਹੋਇਆ। ਪੰਜ ਵੱਖੋ ਵੱਖਰੇ ਨਾਮ ਲਏ। ਕਿਸੇ ਨੇ ਆਖਿਆ ਕੋਈ ਰਾਜਾ ਪ੍ਰਿਥੀ ਰਾਜ, ਕਿਸੇ ਨੇ ਕੋਈ ਰਾਜਾ ਆਖਿਆ, ਕਿਸੇ ਨੇ ਕੋਈ ਆਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੇਖੋ ਨਾਮ ਦੀ ਮਹਾਨਤਾ ਵੀ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਨਾਮ ਜਪਣ ਕਰਕੇ ਭਗਤ ਕਬੀਰ ਸਾਹਿਬ ਜੀ ਨੂੰ ਸਾਰੇ ਜਾਣਦੇ ਨੇ। ਪਰ ਜਿਸ ਸਮੇਂ ਕਬੀਰ ਸਾਹਿਬ ਜੀ ਹੋਏ ਨੇ ਉਹਨਾਂ ਦੇ ਸਮੇਂ ਪਾਤਸ਼ਾਹ ਕਿਹੜਾ ਹੋਇਆ ਹੈ, ਰਾਜਾ ਕਿਹੜਾ ਹੋਇਆ, ਇਸ ਗੱਲ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਕੋਈ ਨਹੀਂ ਜਾਣਦਾ ਵੀ ਪਰਮੇਸ਼ਰ ਦੇ ਨਾਮ ਦੀ ਕਿੰਨੀ ਮਹਾਨਤਾ ਹੈ। ਕਿ ਪਰਮੇਸ਼ਰ ਦਾ ਜਿਹੜੇ ਨਾਮ ਜਪਣ ਵਾਲੇ ਹਨ
ਨਾਮ ਜਪਣ ਕਰਕੇ ਉਹ ਵੀ ਪ੍ਰਸਿੱਧ ਹੋ ਗਏ, ਉਹਨਾਂ ਦਾ ਪਰਿਵਾਰ ਵੀ ਪ੍ਰਸਿੱਧ ਹੋ ਗਿਆ, ਉਹਨਾਂ ਦੇ ਬੱਚਿਆਂ ਨੂੰ ਵੀ ਸਾਰੇ ਜਾਣਦੇ ਨੇ। ਤੇ ਉਹ ਜਿਹੜਾ ਬਾਦਸ਼ਾਹ ਸੀ ਉਹ ਵੀ ਮਹਾਰਾਜ ਜੀ ਕਹਿੰਦੇ ਕਬੀਰ ਸਾਹਿਬ ਅੱਗੇ ਝੁਕ ਗਿਆ ਸੀ ਇੱਕ ਸਮੇਂ। ਇਵੇਂ ਸਤਿਗੁਰਾਂ ਨੇ ਨਾਮ ਦੀ ਮਹਾਨਤਾ ਦ੍ਰਿੜ ਕਰਾਈ ਵੀ ਜਿਹੜਾ ਵੀ ਪਰਮੇਸ਼ਰ ਦਾ ਨਾਮ ਜਪੇਗਾ ਜਾਂ ਜਿਹੜਾ ਜਪਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਪਰਮੇਸ਼ਰ ਦਾ ਨਾਮ ਜਪਣ ਕਰਕੇ ਉਹਦੀ ਕਲਿਆਣ ਹੋਵੇਗੀ, ਉਹਦਾ ਭਲਾ ਹੋਵੇਗਾ। ਇਸ ਕਰਕੇ ਗੁਰਸਿੱਖੋ ਨਾਮ ਜਪਿਆ ਕਰੋ, ਨਾਮ ਜਪੋ ਨਾਮੇ ਗਤ ਪਾਵੋ। ਨਾਮ ਜਪੋ ਤੇ ਨਾਮ ਜਪ ਕੇ ਕਹਿੰਦੇ ਵੀ ਤੁਸੀਂ ਕਲਿਆਣ ਨੂੰ, ਗਤ ਮੁਕਤੀ ਨੂੰ ਪ੍ਰਾਪਤ ਕਰੋਗੇ। ਇਹ ਪ੍ਰਸੰਗ ਸੁਣੇ। ਫਿਰ ਵਿਸਾਖੀ ਦਾ ਜੋੜ ਮੇਲਾ ਮਨਾਉਣ ਵਾਸਤੇ ਅਨੇਕਾਂ ਹੀ ਸਿੱਖ ਸੰਗਤਾਂ ਅਨੰਦਪੁਰ ਸਾਹਿਬ ਨੂੰ ਆ ਰਹੀਆਂ ਹਨ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬੜੀ ਭਾਵਨਾ ਦੇ ਨਾਲ ਗੁਰਸਿੱਖ ਇਕੱਤਰ ਹੋਏ ਨੇ। ਜਿਵੇਂ ਅਨੰਦਪੁਰ ਸਾਹਿਬ ਸੰਗਤ ਪਹੁੰਚੀ ਹੈ, ਇੱਥੇ ਹੁਣ ਭਗਤ ਕਬੀਰ ਸਾਹਿਬ ਦੇ ਮਾਈ ਲੋਈ ਜੀ ਦੇ ਜੋ ਅਵਤਾਰ ਗੁਰਸਿੱਖ ਦੇ ਸਿੱਖਣੀ ਆਏ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਉਂਦੇ ਨੇ। ਇਹ ਸਾਹਿਬਾਂ ਦੀ ਪਵਿੱਤਰ ਜਿਹੜੀ ਕਥਾ ਹੈ ਆਪਾਂ ਅੱਜ ਸਰਵਣ ਕਰਾਂਗੇ। ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਰੀਏ ਧਿਆਨ, ਰਸਨਾ ਕਰੋ ਪਵਿੱਤਰ ਸਾਰੀ ਸੰਗਤ ਜੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਵਸ ਵਿਸੋਏ ਕੋ ਜਬ ਆਇਓ। ਇਸ ਤਰ੍ਹਾਂ ਸਾਧ ਸੰਗਤ ਜੀ ਸਮਾਂ ਬਤੀਤ ਹੋਇਆ। ਬੇਅੰਤ ਸਿੱਖ ਸੰਗਤਾਂ ਜਿਹੜੀਆਂ ਹਨ ਅਨੰਦਪੁਰ ਸਾਹਿਬ ਆਈਆਂ ਨੇ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ। ਜਿੱਦਣ ਕਹਿੰਦੇ ਵੀ ਵਿਸਾਖੀ ਦਾ ਦਿਹਾੜਾ, ਵਿਸਾਖੀ ਦਾ ਜੋੜ ਮੇਲੇ ਦਾ ਦਿਨ ਆਇਆ। ਸਤਿਗੁਰ ਕਾਰਨ ਪਰਸਡ ਸਾਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾਸਨ ਤੇ ਬੈਠਣ ਦੇ ਕਾਰਨ ਫਰਸ਼ ਵਿਛਾਇਆ ਗਿਆ। ਨਵੀਆਂ ਨਵੀਆਂ ਚੰਗੀਆਂ ਤਰ੍ਹਾਂ ਤਰ੍ਹਾਂ ਦੀਆਂ ਵਿਛਾਈਆਂ ਮਹਾਰਾਜ ਦੇ ਦਰਬਾਰ ਦੇ ਅੰਦਰ ਵਿਛਾਈਆਂ ਗਈਆਂ। ਉੱਚੇ ਥਾਨ ਸਿੰਘਾਸਨ ਧਰਿਓ। ਉੱਚੇ ਥਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘਾਸਨ ਸਜ ਗਿਆ, ਚੰਦੋਆ ਸਾਹਿਬ ਲੱਗ ਗਿਆ ਹੈ। ਅਨਗਨ ਮੇਲ ਆਨ ਤੈ ਜੁਰਿਓ। ਤੇ ਅਣਗਿਣਤੀ ਮਾਈ ਭਾਈ ਮੇਲੇ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਆ ਕੇ ਉਸ ਸਥਾਨ ਤੇ ਦੀਵਾਨ ਵਿੱਚ ਬੈਠ ਗਏ ਹਨ। ਤਵ ਸ਼੍ਰੀ ਪ੍ਰਭ ਤਨ ਬਸਤਰ ਸ਼ਸਤਰ ਧਾਰ। ਆਏ ਨੇ ਨੂੰ ਕਹਿੰਦੇ ਵੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੀ ਸੋਹਣੀ ਬਾਣੀ ਨੂੰ ਪਹਿਨ ਕੇ ਕਮਰ ਕੱਸਾ ਕਰਕੇ ਸ਼ਸਤਰ ਸਜਾ ਕੇ ਆ ਗਏ। ਜੇਵਰ ਜਬਰ ਜਵਾਰ ਮੇ ਜਰ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜੋ ਸ੍ਰੀ ਸਾਹਿਬ ਹੈ ਉਹਦੇ ਵਿੱਚ ਵੀ ਸੋਨੇ ਦਾ ਮੁੱਠਾ ਹੈ ਤੇ ਹੀਰੇ ਲਾਲ ਨਗ ਜੜੇ ਹਨ। ਜੋ ਮਾਲਾ ਪਹਿਨੀ ਹੈ ਉਹਦੇ ਵਿੱਚ ਵੀ ਕਹਿੰਦੇ ਵੀ ਜਵੇਹਰ ਹਨ। ਜਿਹੜੀ ਮਹਾਰਾਜ ਸਾਹਿਬ ਦੀ ਜਗ੍ਹਾ ਹੈ ਜਾਂ ਕਲਗੀ ਹੈ ਉਹਦੇ ਵਿੱਚ ਵੀ ਹੀਰੇ ਮੋਤੀਆਂ ਦੀ ਜੜਤ ਹੈ। ਜਿਸ ਕਰਕੇ ਜਿਹੜੇ ਜਵੇਹਰਾਤਕ ਹਨ ਕਹਿੰਦੇ ਵੀ ਇਹਨਾਂ ਦੀ ਜ਼ਬਰ ਬਹੁਤੀ ਡਾਢੀ ਹੀ ਕਹਿੰਦੇ ਵੀ ਸ਼ੋਭਾ ਹੋ ਰਹੀ ਹੈ ਜਿਹੜੇ ਨਗ ਜੜੇ ਹੋਏ ਹਨ। ਸ਼ੇਰ ਗੁਫਾ ਤੇ ਨਿਗਸੈ ਜੈਸੇ। ਆ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਆਪਣੇ ਮਹਿਲਾਂ ਦੇ ਵਿੱਚੋਂ ਨਿਕਲੇ ਨੇ ਜਿਵੇਂ ਕੋਈ ਬੱਬਰ ਸ਼ੇਰ ਆਪਣੀ ਗੁਫਾ ਚੋਂ ਨਿਕਲਦਾ ਤੇ ਉਹਦਾ ਪ੍ਰਭਾਵ ਸਾਰੇ ਕਬੂਲਦੇ ਨੇ ਜੰਗਲ ਦੇ ਜਾਨਵਰ। ਕਹਿੰਦੇ ਇਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਬੱਬਰ ਸ਼ੇਰ ਦੀ ਨਿਆਈ ਬਾਹਰ ਨਿਕਲੇ ਹਨ। ਸੁੰਦਰ ਸਦਨ ਤਿਆਗ ਕਰਤੇ। ਆਪਣੇ ਸੋਹਣੇ ਘਰ ਨੂੰ, ਆਪਣੇ ਸੋਹਣੇ ਮਹਿਲਾਂ ਨੂੰ ਮਹਾਰਾਜ ਸਾਹਿਬ ਜੀ ਨੇ ਤਿਆਗਿਆ ਹੈ। ਪਰ ਛੜੇ ਸਭਾ ਥਲ ਆਏ। ਘੋੜੇ ਤੇ ਅਸਵਾਰ ਹੋ ਕੇ ਸਤਿਗੁਰੂ ਜੀ ਜਿੱਥੇ ਦੀਵਾਨ ਸਜਣਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਉੱਚੀ ਪਹਾੜੀ ਸੀ, ਉਦੋਂ ਇੱਥੇ ਮਹਾਰਾਜ ਵਿਸਾਖੀ ਦਾ ਦੀਵਾਨ ਸਜਾਉਂਦੇ ਹੁੰਦੇ ਸਨ। ਜਾਂ ਆਨੰਦਗੜ੍ਹ ਸਾਹਿਬ ਵਾਲੇ ਅਸਥਾਨ ਤੇ ਵੀ ਦੀਵਾਨ ਸਜਾਉਂਦੇ ਹੁੰਦੇ ਸਨ। ਪਰ ਇਹ ਕੇਸਗੜ੍ਹ ਸਾਹਿਬ ਵਾਲੀ ਉੱਚੀ ਪਹਾੜੀ ਤੇ ਆ ਕੇ ਮਹਾਰਾਜ ਨੇ ਦੀਵਾਨ ਸਜਾਇਆ। ਲੋਕ ਹਜ਼ਾਰਾਂ ਸੀਸ ਨਿਵਾਏ। ਹਜ਼ਾਰਾਂ ਹੀ ਮਾਈ ਭਾਈ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਉਂਦਿਆਂ ਵੇਖਿਆ, ਸਭ ਨੇ ਝੁਕ ਝੁਕ ਕੇ ਨਮਸਕਾਰਾਂ ਕੀਤੀਆਂ। ਬੈਠੇ ਜਾਏ ਸਿੰਘਾਸਨ ਫੇਰ।
ਇਸ ਤਰ੍ਹਾਂ ਸਾਹਿਬ ਜੀ ਜਾ ਕੇ ਕਹਿੰਦੇ ਵੀ ਫੇਰ ਦਰਸ਼ਨ ਦਿੰਦਿਆਂ ਹੋਇਆ ਸਿੰਘਾਸਣ ਦੇ ਉੱਤੇ ਜਾ ਕੇ ਬਿਰਾਜਮਾਨ ਹੋ ਗਏ, ਜਿੱਥੇ ਤਖਤ ਅਸਥਾਨ ਬਣਿਆ ਹੈ। ਸੰਗਤ ਸੁਖੀ ਮਰਿੰਦ ਇੱਕ ਬੇਰ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਜਦੋਂ ਸਤਿਗੁਰੂ ਦੀਵਾਨ ਵਿੱਚ ਪਹੁੰਚੇ ਨੇ, ਜਦੋਂ ਰਾਹ ਵਿੱਚ ਜਾ ਰਹੇ ਸੀ ਉਦੋਂ ਵੀ ਹਜ਼ਾਰਾਂ ਮਾਈ ਭਾਈ ਦੋਵੇਂ ਪਾਸੇ ਖਲੋ ਕੇ ਸੀਸ ਨਿਵਾ ਰਹੇ ਸੀ। ਜਦੋਂ ਦੀਵਾਨ ਵਿੱਚ ਆਏ ਨੇ, ਮਹਾਰਾਜ ਦੀ ਉਡੀਕ ਕਰ ਰਹੀ ਸੰਗਤ ਸਾਰੀ ਇੱਕਦਮ ਖਲੋ ਗਈ, ਹੱਥ ਜੋੜ ਲਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਨਮਸਕਾਰਾਂ ਕਰਦੇ ਹਨ। ਹਰਪ ਹਰਪ ਕਰ ਅਨਕ ਅਕੋਰ। ਜੋ ਵੀ ਮਾਈ ਭਾਈ ਕੋਈ ਭੇਟਾਵਾਂ ਲੈ ਕੇ ਆਏ ਨੇ, ਸਾਹਿਬਾਂ ਦੇ ਅੱਗੇ ਹੱਥ ਜੋੜ ਜੋੜ ਕੇ ਘਰੋਂ ਲਿਆਂਦੀਆਂ ਪ੍ਰੇਮ ਭੇਟਾਵਾਂ ਅਰਪਣ ਕਰਦੇ ਹਨ। ਬੰਦੈ ਚਰਨ ਕਮਲ ਕਰ ਜੋਰ। ਚਰਨ ਕਮਲ ਮਹਾਰਾਜ ਜੀ ਦੇ ਉਹਨਾਂ ਤੇ ਮੱਥਾ ਟੇਕਦੇ ਨੇ, ਹੱਥ ਜੋੜਦੇ ਨੇ ਤੇ ਨਮਸਕਾਰ ਕਰਦੇ ਹਨ। ਦੇਖਤ ਨੈ ਲੋਚਨ ਤ੍ਰਿਪਤਾ। ਧੰਨ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਵੇਖਦੇ ਨੇ ਗੁਰਸਿੱਖ ਪਿਆਰੇ, ਪਰ ਦਰਸ਼ਨ ਕਰਦੇ ਆ ਕਹਿੰਦੇ ਵੀ ਅੱਖਾਂ ਰੱਜਦੀਆਂ ਹੀ ਨਹੀਂ, ਨੇਤਰ ਰੱਜਦੇ ਨਹੀਂ ਮਹਾਰਾਜ ਦੇ ਦਰਸ਼ਨ ਕਰਕੇ। ਬਹੁ ਸੁੰਦਰਤਾ ਕਈ ਨ ਜਾਵੇ। ਐ ਮਹਾਰਾਜ ਦੇ ਸਰੂਪ ਦਾ ਐਸਾ ਜਾਹੋ ਜਲਾਲ ਹੈ, ਐਸਾ ਤੇਜ ਪ੍ਰਤਾਪ ਹੈ, ਐਸਾ ਮਹਾਰਾਜ ਸਾਹਿਬ ਜੀ ਦੇ ਚਿਹਰੇ ਦੀ ਕਸ਼ਿਸ਼ ਹੈ। ਕਵੀ ਜੀ ਕਹਿੰਦੇ ਅੱਖਰਾਂ ਵਿੱਚ ਬਿਆਨ ਕਰਕੇ ਮਹਾਰਾਜ ਸਾਹਿਬ ਜੀ ਦੀ ਸੁੰਦਰਤਾ ਨਹੀਂ ਅਸੀਂ ਕਹਿ ਸਕਦੇ। ਸੰਗਤ ਕੀ ਹੋਈ ਬੜ ਭੀੜ। ਇਸ ਤਰ੍ਹਾਂ ਵਿਸਾਖੀ ਦੇ ਜੋੜ ਮੇਲੇ ਤੇ ਮਾਈ ਭਾਈ ਗੁਰਸਿੱਖਾਂ ਦੀ ਬਹੁਤ ਭਾਰੀ ਕਹਿੰਦੇ ਭੀੜ ਇਕੱਤਰ ਹੋਈ ਹੈ। ਇੱਕ ਪਿਗ ਸਿੱਖਨ ਖੋਵਤ ਪੀਰ। ਪਿਖ ਪਿਖ ਸਿੱਖਣ ਖੋਵਤ ਪੀਰ, ਜਿਹੜੇ ਗੁਰਸਿੱਖ ਪਿਆਰੇ ਨੇ ਉਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ ਸਿੱਖ ਇੱਕ ਦੂਜੇ ਨੂੰ ਵੇਖ ਵੇਖ ਕੇ ਆਪਣੇ ਅੰਦਰ ਦੀ ਪੀੜਾ ਦੂਰ ਕਰਦੇ ਹਨ। ਆਸ਼ਾ ਦੇ ਮੁਖ ਸਿੱਖਣੀ ਆਵੇ। ਕਹਿੰਦੇ ਇੰਨੇ ਨੂੰ ਜਦੋਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਸਨ, ਹਜ਼ਾਰਾਂ ਹੀ ਸੰਗਤਾਂ, ਇੱਕ ਸਿੱਖਣੀ ਆਪਣਾ ਉਹਨੇ ਮੁਖ ਢੱਕਿਆ ਪੱਲਿਆ ਜਿਹਾ ਲੈ ਕੇ ਤੇ ਚਿਹਰੇ ਦੇ ਗਾੜੀ ਪਰਦਾ ਜਿਹਾ ਕੀਤਾ ਹੈ ਤੇ ਉਹ ਵੀ ਚੱਲ ਕੇ ਦੀਵਾਨ ਵੱਲ ਨੂੰ ਆ ਗਏ। ਪਹੁੰਚੇ ਨਿਕਟ ਨਾ ਪੁਨ ਹਟ ਜਾਵੇ। ਪਹੁੰਚੇ ਨਿਕਟ ਨਾ, ਕਹਿੰਦੇ ਵੀ ਉਹ ਕਰਦੀ ਹੈ ਵੀ ਪੱਲਾ ਜਿਹਾ ਲੈ ਕੇ ਘੁੰਡ ਜਿਹਾ ਕੱਢ ਕੇ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਉਂਦੀ ਹੈ ਤੇ ਨੇੜੇ ਨਹੀਂ ਪਹੁੰਚਦੀ, ਫਿਰ ਵਾਪਸ ਮੁੜ ਜਾਂਦੀ ਹੈ। ਇਸ ਤਰ੍ਹਾਂ ਇਹਨੇ ਇੱਕ ਦੋ ਵਾਰ ਕੀਤਾ ਵੀ ਮਹਾਰਾਜ ਦੇ ਦਰਸ਼ਨ ਕਰਨ ਆਏ ਤੇ ਜਿੱਥੋਂ ਸੰਗਤ ਦੇ ਵਿੱਚ ਪ੍ਰਵੇਸ਼ ਕਰਨਾ ਉੱਥੋਂ ਫਿਰ ਵਾਪਸ ਮੁੜ ਗਏ। ਬੜੀ ਪੀਰ ਪੁਰਖਨ ਕੀ ਏਰ। ਕਿਉਂਕਿ ਦਰਸ਼ਨ ਤੇ ਚਾਹੁੰਦੀ ਹੈ ਪਰ ਵੇਖਦੀ ਹੈ ਵੀ ਬਹੁਤ ਜ਼ਿਆਦਾ ਪੁਰਖ, ਬਹੁਤ ਜ਼ਿਆਦਾ ਸਿੱਖ ਅੱਗੇ ਹਨ ਤੇ ਸਿੱਖਾਂ ਦੀ ਬਹੁਤ ਜ਼ਿਆਦਾ ਭੀੜ ਹੈ। ਇਸ ਸਿੱਖਣੀ ਦੇ ਸਮਾਈ ਦੇ ਦਿਲ ਦੀ ਚਾਹਨਾ ਤਾਂ ਬਹੁਤ ਹੈ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਾਂ, ਪਰ ਗੁਰਸਿੱਖਾਂ ਦੀ ਬਹੁਤੀ ਭੀੜ ਹੋਣ ਕਰਕੇ ਨੇੜੇ ਨਹੀਂ ਇਹਦੇ ਕੋਲੋਂ ਪਹੁੰਚਿਆ ਗਿਆ, ਨੇੜੇ ਨਹੀਂ ਆ ਸਕੇ। ਅਨਗਤ ਲਖ ਸਤਿਗੁਰ ਤੇ ਪਾਸੀ। ਇਹ ਜਦੋਂ ਮਾਈ ਜਿਹਨੇ ਪੱਲਾ ਜਿਹਾ ਲੈ ਕੇ ਮੁਖ ਜਿਹਾ ਢੱਕਿਆ ਸੀ, ਜਦੋਂ ਸੰਗਤ ਵੱਲ ਨੂੰ ਆਈ ਤੇ ਫਿਰ ਵਾਪਸ ਮੁੜ ਗਈ। ਕਲਗੀਧਰ ਸਾਹਿਬ ਮਹਾਰਾਜ ਜੀ ਨੇ ਇਹਦੀ ਦਿਲ ਦੀ, ਇਹਦੇ ਮਨ ਦੀ ਹਾਲਤ ਜਾਣ ਕਰਕੇ ਵੀ ਇਹਦੇ ਮਨ ਦੀ ਕੀ ਅਵਸਥਾ ਹੈ, ਮਨ ਗਤ ਲਖ ਸਤਿਗੁਰ ਤੇ ਪਾਸੀ। ਕਲਗੀਧਰ ਮਹਾਰਾਜ ਸਾਹਿਬ ਜੀ ਨੇ ਉਸ ਮਾਈ ਦੀ, ਉਸ ਸਿੱਖਣੀ ਦੇ ਮਨ ਦੀ ਹਾਲਤ ਜਾਣ ਕੇ ਆਪਣੇ ਪਾਸ ਜੋ ਇੱਕ ਸਿੱਖ ਖਲੋਤਾ ਹੋਇਆ ਸੀ ਉਹਦੇ ਵੱਲ ਵੇਖਿਆ। ਪੜਾਵਨ ਸਿੱਖ ਅਰਦਾਸੀ। ਆਓ ਮਾਈ ਜਿਹੜੀ ਪਿਛਾਂਹ ਸਿੱਖਣੀ ਮੁੜੀ ਜਾ ਰਹੀ ਸੀ, ਸਾਹਿਬਾਂ ਨੇ ਇੱਕ ਅਰਦਾਸੀਆ ਸਿੰਘ ਭੇਜਿਆ ਵੀ ਜਾ ਛੇਤੀ ਉਹ ਜੋ ਬੀਬੀ ਪਿਛਾਂਹ ਨੂੰ ਤੁਰੀ ਜਾ ਰਹੀ ਹੈ ਉਹਨੂੰ ਲੈ ਕੇ ਆਵਾਜ਼ ਮਾਰ ਕੇ। ਆਏ ਅਜੂਰ ਕਰੀ ਕਰ ਮੇਰੇ। ਆਏ ਉਸੇ ਵੇਲੇ ਕਲਗੀਧਰ ਮਹਾਰਾਜ ਸਾਹਿਬ ਜੀ ਦਾ ਅਰਦਾਸੀਏ ਸਿੱਖ ਨੇ ਹੁਕਮ ਮੰਨਿਆ ਤੇ ਹੁਕਮ ਮੰਨ ਕੇ ਲਿਆਏ ਹਜੂਰ ਖਰੀ ਕਰ ਨੇਰੇ। ਸਾਹਿਬ ਕਹਿੰਦੇ ਉਹ ਜਿਹੜੀ ਸਿੱਖਣੀ ਹੈ ਨਾ ਪਿਛਾਂਹ ਨੂੰ ਮੁੜੀ ਜਾ ਰਹੀ ਹੈ, ਕਹਿੰਦੇ ਉਹਨੂੰ ਜਾ ਕੇ ਸਾਡੇ ਨੇੜੇ ਲਿਆ ਕੇ ਸਾਡੇ ਸਾਹਮਣੇ ਉਹਨੂੰ ਖੜਿਆਂ ਕਰਦੇ ਸਨਮੁਖ। ਕਰ ਕੋ ਜੋਰ ਗੁਰੂ ਦਿਸ ਹੀਰੇ। ਉਸ ਵੇਲੇ ਕਰ ਕੋ ਜੋਰ ਗੁਰੂ ਦਿਸ ਹੀਰੇ, ਵੀ ਜੋ ਵੀ ਉਹਦੇ ਮਨ ਦੀ ਭਾਵਨਾ ਹੈ ਉਹ ਹੱਥ ਜੋੜ ਕੇ ਆਪਣੇ ਸਤਿਗੁਰੂ ਦੇ ਦਰਸ਼ਨ ਕਰ ਲਵੇ। ਇਸ ਕੋ ਡੰਬ ਕੇ ਜੇ ਨਰ ਔਰ। ਇਸ ਕੋ ਡੰਬ ਕੇ ਜੇ ਨਰ ਔਰ, ਕਹਿੰਦੇ ਵੀ ਉਸ ਦੇ ਜਿਹੜੇ ਪਰਿਵਾਰ ਦੇ ਹੋਰ ਮੈਂਬਰ ਵੀ ਉੱਥੇ ਖਲੋਤੇ ਹੋਏ ਸਨ
ਜਿੱਥੇ ਮਹਾਰਾਜ ਸਾਹਿਬ ਜੀ ਦਾ ਦੀਵਾਨ ਸਜਿਆ, ਜਿਹੜੀ ਮਾਈ ਸਿੱਖਣੀ ਆਈ ਹੈ ਉਹਦੇ ਪਰਿਵਾਰ ਦੇ ਵਿੱਚੋਂ ਕੁਝ ਹੋਰ ਵੀ ਬਜ਼ੁਰਗ ਬੈਠੇ ਹੋਏ ਸਨ। ਬੈਠੇ ਸਭਾ ਵਿਖੇ ਤਿਸ ਠੌਰ, ਬੈਠੇ ਸਭਾ ਵਿਖੇ ਤਿਸ ਠੌਰ, ਜਿੱਥੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦੀ ਸਭਾ ਲੱਗੀ ਹੈ ਨਾ, ਜਿੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਦੀਵਾਨ ਲੱਗਾ ਹੋਇਆ ਹੈ, ਉੱਥੇ ਪਰਿਵਾਰ ਦੇ ਹੋਰ ਵੀ ਜੀ ਬੈਠੇ ਸਨ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਹੁਕਮ ਕਰ ਦਿੱਤਾ, ਸਾਹਿਬ ਜੀ ਕਹਿੰਦੇ ਵੀ ਉਹ ਜਿਹੜੀ ਸਿੱਖਣੀ ਸਾਡੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ, ਜਾਂ ਅਰਦਾਸੀ ਸਿੱਖਾਂ ਨੂੰ ਲੈ ਕੇ ਆ, ਲਿਆਏ ਹਜੂਰ ਖਰੀ ਕਰ ਨੇਰੇ। ਉਹ ਸਿੱਖ ਗਿਆ, ਜਾ ਕੇ ਕਹਿਣ ਲੱਗਾ, ਬੀਬੀ ਤੈਨੂੰ ਗੁਰੂ ਸਾਹਿਬ ਜੀ ਸੱਦ ਰਹੇ ਹਨ, ਕਲਗੀਧਰ ਮਹਾਰਾਜ, ਵੀ ਤੂੰ ਦਰਸ਼ਨ ਕਰਨ ਵਾਸਤੇ ਆਉਂਦੀ ਪਰ ਨੇੜੇ ਨਹੀਂ ਆਉਂਦੀ। ਜਦੋਂ ਉਹਨੇ ਇੱਦਾਂ ਸੁਣਿਆ ਤੇ ਕਰ ਕੋ ਜੋਰ ਗੁਰੂ ਦੇ ਸ਼ਹਿਰੇ, ਕਹਿੰਦੇ ਸਤਿਗੁਰਾਂ ਦੇ ਪਾਸ ਆ ਗਈ, ਦੋਵੇਂ ਹੱਥ ਜੋੜ ਕੇ ਕਲਗੀਧਰ ਮਹਾਰਾਜ ਸਾਹਿਬ ਦੇ ਦਰਸ਼ਨ ਕਰ ਰਹੀ ਹੈ। ਤੇ ਬੀਬੀ ਦੇ ਪਰਿਵਾਰ ਦੇ ਕੁਝ ਬਜ਼ੁਰਗ ਉਹ ਵੀ ਉਸ ਵੇਲੇ ਸਤਿਗੁਰੂ ਸਾਹਿਬ ਜੀ ਦੇ ਦੀਵਾਨ ਦੇ ਵਿੱਚ ਬੈਠੇ ਹੋਏ ਸਨ। ਕੁੰਕਟ ਕਾਢੇ ਮਸਤਕ ਟੇਕਾ, ਇਹਨੇ ਘੁੰਡ ਜਿਹਾ ਪੱਲਾ ਜਿਹਾ ਗਾੜੀ ਚਿਹਰੇ ਤੇ ਕੀਤਾ ਹੋਇਆ ਸੀ, ਆਪਣੇ ਬਜ਼ੁਰਗਾਂ ਨੂੰ ਵੇਖ ਕਰਕੇ ਤੇ ਮਹਾਰਾਜ ਨੂੰ ਆ ਕੇ ਮੱਥਾ ਟੇਕ ਦਿੱਤਾ। ਖਰੀ ਅਗਾਰੀ ਜਲਦ ਬਵੇਕਾ, ਖਰੀ ਅਗਾਰੀ ਜਲਦ ਬਵੇਕਾ, ਜਿੱਥੇ ਸਮੁੰਦਰ ਗਿਆਨ ਦੇ, ਬ੍ਰਹਮ ਗਿਆਨ ਦੇ ਗੁਰੂ ਗੋਬਿੰਦ ਸਿੰਘ ਬਿਰਾਜਮਾਨ ਨੇ, ਸਤਿਗੁਰਾਂ ਦੇ ਸਾਹਮਣੇ ਉਹ ਸਿੱਖਣੀ ਖਲੋ ਗਈ। ਮੁਖ ਤੇ ਫਰਮਾਵਨ ਕੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਸ ਵੇਲੇ ਬਚਨ ਕੀਤਾ। ਸਿੱਖਣੀ ਏ ਕਿਆ ਚਿਤ ਚੀਨਾ, ਮਹਾਰਾਜ ਕਹਿੰਦੇ, ਹੇ ਭਾਈ ਸਿੱਖਣੀ, ਤੂੰ ਇਹ ਚਿੱਤ ਦੇ ਵਿੱਚ ਕੀ ਜਾਣਿਆ ਹੈ ਵੀ ਜਿਹੜਾ ਇੱਧਰ ਨੂੰ ਆਉਂਦੇ ਆਉਂਦਿਆਂ ਤੇ ਫਿਰ ਵਾਪਸ ਮੁੜ ਜਾਂਦੀ ਹੈ। ਗੁਰੂ ਕੇ ਤੋ ਕਹੋ ਆਸ਼ੇ, ਨਾਲ ਹੀ ਸਾਹਿਬ ਕਹਿੰਦੇ ਵੀ ਗੁਰੂ ਕੇ ਤਾਂ ਤੈਨੂੰ ਚੰਗੀ ਤਰ੍ਹਾਂ ਜਾਣਦੇ ਆ, ਭਾਵ ਕਿ ਸਾਨੂੰ ਤਾਂ ਤੇਰੀ ਸਾਰੀ ਹਾਲਤ, ਤੇਰੀ ਅਵਸਥਾ ਦਾ ਪਤਾ ਹੈ ਵੀ ਤੂੰ ਕੀ ਕਾਰਨ ਕਰਕੇ ਮੁੜਦੀ ਰਹੀ ਆ। ਸੰਗਤ ਬਾਸ਼ੇ, ਪਰ ਫੇਰ ਵੀ ਸਾਹਿਬ ਕਹਿੰਦੇ ਵੀ ਤੇਰੇ ਵਾਪਸ ਮੁੜ ਕੇ ਜਾਣ ਦਾ ਜਿਹੜਾ ਕਾਰਨ ਹੈ, ਤੂੰ ਕੌਣ ਹੈ, ਕਿੱਥੋਂ ਆਈ ਹੈ, ਕੀ ਤੇਰੀ ਭਾਵਨਾ, ਇਹ ਤੇਰੇ ਮੁਖੋਂ ਸੁਣਨ ਦੇ ਲਈ, ਇਹ ਸਾਰੀ ਸੰਗਤ ਨੂੰ ਸੁਣਾਉਣ ਦੇ ਵਾਸਤੇ ਅਸੀਂ ਵੀ ਚਾਹੁੰਦੇ ਹਾਂ ਵੀ ਤੂੰ ਆਪਣੇ ਮੁਖੋਂ ਬੋਲ ਕੇ ਦੱਸ, ਜਿਸ ਕਰਕੇ ਸਾਰੀ ਸੰਗਤ ਨੂੰ ਪਤਾ ਲੱਗੇ ਤੇਰੇ ਬਾਰੇ। ਆ ਜਿਹੜਾ ਤੂੰ ਆਪਣਾ ਵਰਤਾਂਤ ਹੈ, ਹਿਰਦੇ ਕਰ ਬਾਹਰ, ਆਪਣੇ ਦਿਲ ਦੇ ਵਿੱਚੋਂ ਕਹਿੰਦੇ ਵੀ ਬਾਹਰ ਪ੍ਰਗਟ ਕਰ, ਚੰਗੀ ਤਰ੍ਹਾਂ ਬੋਲ ਕੇ ਦੱਸ। ਕਰੋ ਸੁਨਾਵਨ ਸਭ ਮੈਂ ਜਾ, ਸਾਰਿਆਂ ਵਿੱਚ ਮਹਾਰਾਜ ਕਹਿੰਦੇ ਜ਼ਾਹਰ ਪ੍ਰਗਟ ਪ੍ਰਤਾਖੀ ਜਿੰਨੀ ਵੀ ਸਿੱਖ ਸੰਗਤ ਹੈ, ਇਹ ਸਿੱਖਣੀ ਜੋ ਤੇਰੇ ਮਨ ਦੀ ਭਾਵਨਾ ਹੈ ਵੀ ਤੂੰ ਮੁੜਦੀ ਕਿਉਂ ਰਹੀ ਹੈ ਤੇ ਕੌਣ ਕਿੱਥੋਂ ਆਈ ਹੈ, ਇਹ ਸਾਰੀਆਂ ਸੰਗਤਾਂ ਨੂੰ ਬਚਨ ਪ੍ਰਗਟ ਕਰਕੇ ਦੱਸ ਸਾਡੇ ਹਜੂਰ। ਮਹਾਰਾਜ ਸਾਹਿਬ ਜੀ ਦਾ ਬਚਨ ਸੁਣ ਕੇ ਦੋਏ ਹੱਥ ਜੋੜ ਕੇ ਉਹ ਜਿਹੜੀ ਸਿੱਖਣੀ ਸੀ, ਉਹ ਬੀਬੀ ਸੀ, ਕਹਿਣ ਲੱਗੀ, ਹੇ ਸੱਚੇ ਪਾਤਸ਼ਾਹ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੇ ਤੁਹਾਡਾ ਏਦਾਂ ਹੁਕਮ ਹੈ ਤਾਂ ਤੁਹਾਡੇ ਹੁਕਮ ਅਨੁਸਾਰ ਮੈਂ ਕਹਿੰਦੀ ਆਪ ਜੀ ਸੁਣਨਾ ਕਰੋ। ਮਾਤਾ ਪਿਤਾ ਰਾਏਪੁਰ ਮੇਰੇ, ਮਹਾਰਾਜ ਰਾਏਪੁਰ ਮੇਰਾ ਮਾਈ ਬਾਪ ਦਾ ਨਗਰ ਹੈ, ਮਾਤਾ ਪਿਤਾ ਮੇਰੇ ਰਾਏਪੁਰ ਨਗਰ ਵਿੱਚ ਰਹਿੰਦੇ ਸਨ। ਜਦੋਂ ਕੀ ਕੁਮਾਰੀ ਜਾਵੇ ਕਬੀਰੇ, ਜਦੋਂ ਮਹਾਰਾਜ ਮੈਂ ਆਪਣੇ ਪੇਕੇ ਘਰ ਸੀ, ਹਾਲਾਂ ਕੁਵਾਰੀ ਅਵਸਥਾ ਦੇ ਵਿੱਚ ਸੀ, ਮੇਰੇ ਆਨੰਦ ਨਹੀਂ ਸਨ ਪੜ੍ਹੇ ਗਏ ਤੇ ਮੈਂ ਆਪਣੇ ਮਾਂ ਬਾਪ ਦੇ ਕੋਲ ਰਹਿੰਦੀ ਸਾਂ। ਇੱਕ ਸਾਧੂ ਮੈਂ ਬਿਰਧ ਉਦਾਰਾ, ਉਸ ਵੇਲੇ ਮਹਾਰਾਜ ਜੀ ਬਹੁਤ ਵੱਡੀ ਉਮਰ ਦਾ ਬਿਰਧ ਅਵਸਥਾ ਦਾ ਇੱਕ ਸਾਧੂ ਮਹਾਤਮਾ ਆਨ ਰਿਓ ਆਮ ਸਦਨ ਮਝਾਰਾ, ਸਾਡੇ ਘਰ ਵਿੱਚ ਮਹਾਰਾਜ ਆ ਗਿਆ, ਮੇਰੇ ਪੇਕੇ ਘਰ ਦੇ ਵਿੱਚ। ਜਦੋਂ ਮੈਂ ਆਪਣੇ ਪੇਕੇ ਘਰ ਸਾਂ, ਆਪਣੇ ਮਾਤਾ ਪਿਤਾ ਕੋਲ ਸਾਂ, ਇੱਕ ਵਾਰ ਦੀ ਗੱਲ ਹੈ ਵੀ ਇੱਕ ਬਹੁਤ ਵੱਡੀ ਉਮਰ ਦਾ ਸਾਧੂ ਮਹਾਤਮਾ ਸਾਡੇ ਘਰ ਵਿੱਚ ਰਹਿਣ ਲੱਗ ਪਿਆ। ਸੇਵਾ ਕਰੇ ਮਾਤ ਪਿਤ ਮੇਰੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੇ ਮਾਤਾ ਪਿਤਾ ਬੜੀ ਸੇਵਾ ਭਾਵਨਾ ਵਾਲੇ ਸਨ। ਉਹ ਸਾਧੂ ਨੂੰ ਘਰ ਵਿੱਚ ਰੱਖ ਕੇ ਤੇ ਉਹਦੀ ਬਹੁਤ ਪਿਆਰ ਦੇ ਨਾਲ ਭਾਵਨਾ ਨਾਲ ਸੇਵਾ ਕਰਦੇ ਸਨ। ਖਾਨ ਪਾਨ ਤੇ ਆਦ ਕਨੇਰੇ, ਬਿਰਧ ਸਰੀਰ ਸੀ, ਜਿਵੇਂ ਬਿਰਧ ਸਰੀਰ ਦੀਆਂ ਲੋੜਾਂ ਹੁੰਦੀਆਂ ਵੀ ਜੋ ਜਲਦੀ ਹਜਮ ਹੋ ਜਾਵੇ, ਉਹ ਇਹੋ ਜਿਹਾ ਭੋਜਨ ਛਕਾਉਣ ਨੂੰ ਚਾਹੀਦਾ ਹੁੰਦਾ। ਤੇ ਮਹਾਰਾਜ ਮੇਰੇ ਮਾਤਾ ਪਿਤਾ ਬਹੁਤ ਭਾਵਨਾ ਨਾਲ ਉਸ ਮਹਾਂਪੁਰਖ ਬਜ਼ੁਰਗ ਦੀ ਸੇਵਾ ਕਰਦੇ ਤੇ ਜੋ ਵੀ ਕੋਈ ਛਕਣ ਛਕਾਉਣ ਦੇ ਲਈ ਪਦਾਰਥ ਹੁੰਦੇ ਉਹ ਅਨੇਕਾਂ ਤਰ੍ਹਾਂ ਕਰਕੇ ਬਣਾ ਕੇ ਛਕਾਉਂਦੇ। ਸੰਮਤ ਪੰਚ ਰਹਿਓ ਸੁਖ
ਪਾਏ। ਆ 5 ਸਾਲ ਮਹਾਰਾਜ ਜੀ ਉਹ ਮਹਾਤਮਾ ਸਾਡੇ ਘਰ ਦੇ ਵਿੱਚ ਰਿਹਾ ਬੜੇ ਸੁਖ ਆਨੰਦ ਦੇ ਨਾਲ। ਮੈਂ ਵੀ ਸੇਵ ਕਰੂੰ ਹਿਤ ਲਾਏ। ਜਿਵੇਂ ਮੇਰੇ ਮਾਤਾ ਪਿਤਾ ਸੇਵਾ ਕਰਦੇ ਸੀ ਸਾਧੂ ਦੀ, ਮੈਂ ਉਹਨਾਂ ਦੀ ਬੱਚੀ ਆਪਣੇ ਮਾਪਿਆਂ ਵੱਲ ਵੇਖ ਕੇ ਮੈਂ ਵੀ ਉਹਨਾਂ ਸੰਤਾਂ ਦੀ ਸੇਵਾ ਕਰਦੀ ਹੁੰਦੀ ਸੀ ਪਿਆਰ ਨਾਲ। ਕਥਾ ਸੁਣਾਏ ਅਨੇਕ ਪ੍ਰਕਾਰਾ। ਤੇ ਇਹ ਸਿੱਖਣੀ ਕਹਿੰਦੀ ਹੈ ਦਸਮ ਪਾਤਸ਼ਾਹ ਨੂੰ ਵੀ ਮਹਾਰਾਜ ਜਦੋਂ ਸੇਵਾ ਕਰਦੇ ਹੁੰਦੇ ਸੀ ਤਾਂ ਜਿਹੜੇ ਮਹਾਤਮਾ ਸੀ ਨਾ ਬੜੇ ਵਿਦਵਾਨ ਪੁਰਖ ਸਨ, ਤੇ ਉਹ ਕੁਝ ਸਮਾਂ ਉਹਨਾਂ ਦੇ ਕੋਲ ਬੈਠਣਾ, ਕੋਈ ਬਚਨ ਬਲਾਸ ਸੁਣਨੇ ਤਾਂ ਉਹਨਾਂ ਨੇ ਉਸ ਵੇਲੇ ਕਥਾ ਸੁਣਾਉਣੀਆਂ ਦੇ ਤਰ੍ਹਾਂ ਕਰਕੇ। ਮੈਂ ਵੀ ਸੁਣਤ ਰਹੀ ਤੇ ਸੁਭਾਰਾ। ਤੇ ਜਦੋਂ ਉਹ ਮਹਾਰਾਜ ਜੀ ਸੰਤ ਕਥਾ ਸੁਣਾਉਂਦੇ ਹੁੰਦੇ ਸਨ, ਉਹਦੇ ਵਿੱਚ ਸਿੱਖੀ ਦੀਆਂ, ਸੇਵਾ ਦੀਆਂ, ਹੋਰ ਮਹਾਰਾਜ ਦੀਆਂ ਸਾਖੀਆਂ ਸੁਣਾਉਣੀਆਂ, ਤੇ ਮੈਂ ਵੀ ਆਪਣੇ ਮਾਤਾ ਪਿਤਾ ਦੇ ਕੋਲ ਬਹਿ ਕੇ ਤੇ ਸੰਤਾਂ ਦੀ ਰਸਨਾ ਤੋਂ ਕਥਾ ਸੁਣਦੀ ਰਹੀ। ਖਤਰੀ ਸੁਤ ਬਰਸਾਣੇ ਗ੍ਰਾਮ। ਫਿਰ ਮਹਾਰਾਜ ਸਮਾਂ ਲੰਘਿਆ, ਬਰਸਾਣੇ ਨਗਰ ਦੇ ਵਿੱਚ ਇੱਕ ਖੱਤਰੀਆਂ ਦੇ ਪਰਿਵਾਰ ਦਾ ਨੌਜਵਾਨ ਮੁਝ ਕੋ ਵਿਆਹ ਦੀਨ ਤਿਨ ਧਾਮ। ਮੈਨੂੰ ਮੇਰੇ ਮਾਤਾ ਪਿਤਾ ਨੇ ਮੇਰੇ ਜੋਗ ਵੱਲ ਜਾਣ ਕੇ ਬਰਸਾਣੇ ਨਗਰ ਖੱਤਰੀਆਂ ਦੇ ਪੁੱਤਰ ਦੇ ਨਾਲ ਮੈਨੂੰ ਵਿਆਹ ਦਿੱਤਾ। ਇਸ ਕੀ ਸਿੱਖਣੀ ਮੁਝ ਕੋ ਜਾਣੋ। ਤੇ ਹਾਂ ਮਹਾਰਾਜ, ਜਿਹੜਾ ਬਰਸਾਣੇ ਨਗਰ ਦਾ ਖੱਤਰੀਆਂ ਦੇ ਪਰਿਵਾਰ ਵਿੱਚੋਂ ਹੈ ਨਾ, ਉਹ ਤੁਹਾਡਾ ਹੀ ਸਿੱਖ ਬਣ ਗਿਆ। ਤੇ ਪਾਤਸ਼ਾਹ ਜੀ ਉਸ ਬਰਸਾਣੇ ਨਗਰ ਵਾਲੇ ਆਪਣੇ ਸਿੱਖ ਦੀ ਸਿੱਖਣੀ ਮੈਨੂੰ ਜਾਣਨਾ ਕਰੋ, ਭਾ ਮੈਂ ਉਹਦੇ ਘਰੋਂ ਹਾਂ। ਸਿੱਖ ਪੀ ਗੁਰਮੁਖ ਭਲਾ ਪਛਾਨੋ। ਮਹਾਰਾਜ ਮੈਂ ਸੱਚ ਕਹਿੰਦੀ ਹੈ ਵੀ ਮੇਰੇ ਕੋਈ ਵੱਡੇ ਭਾਗ ਨੇ ਵੀ ਜਿਹੜਾ ਸਿੱਖ ਮਿਲਿਆ ਨਾ ਮੈਨੂੰ, ਭਾਵ ਜਿਹੜਾ ਮੇਰਾ ਪਤੀ ਘਰ ਵਾਲਾ ਏ ਮਹਾਰਾਜ, ਉਹ ਵੀ ਬਹੁਤਾ ਹੀ ਭਲਾ ਹੈ, ਬਹੁਤਾ ਹੀ ਨੇਕ ਹੈ, ਬੜਾ ਗੁਰਮੁਖ ਹੈ। ਸਿੱਖ ਸੰਤ ਜੋ ਵੈਰ ਨਿਹਾਰੇ। ਪਾਤਸ਼ਾਹ ਜੀ ਉਹਦੀ ਮਰਿਆਦਾ ਮੇਰੇ ਸੁਆਮੀ ਜੀ ਮੇਰੇ ਸਿੱਖ ਦੀ ਇਹ ਹੈ ਵੀ ਜਿਹੜਾ ਵੀ ਕੋਈ ਸਿੱਖ, ਕੋਈ ਸਾਧੂ, ਕੋਈ ਮਹਾਤਮਾ ਬਾਹਰ ਆਇਆ ਗਿਆ ਵੇਖਦਾ ਹੈ, ਤੇ ਆਵਤ ਸਦਨ ਮਝਾਰੇ। ਉਹਨਾਂ ਸੰਤਾਂ ਭਗਤਾਂ ਨੂੰ ਬੇਨਤੀਆਂ ਕਰਕੇ ਬੜੇ ਪਿਆਰ ਦੇ ਨਾਲ ਆਪਣੇ ਘਰ ਦੇ ਵਿੱਚ ਲੈ ਆਉਂਦਾ ਹੈ। ਪ੍ਰੇਮ ਕਰੋ ਮੈਂ ਕੀ ਸਭ ਕਾਮ। ਮਹਾਰਾਜ ਮੈਂ ਸੱਚ ਕਹਿਨੀ ਹੈ ਵੀ ਜੇ ਮੇਰਾ ਜਿਹੜਾ ਸਿੱਖ, ਮੇਰਾ ਪਤੀ ਜਿਹੜਾ ਸੰਤਾਂ ਭਗਤਾਂ ਨੂੰ ਘਰ ਵਿੱਚ ਲਿਆਉਂਦਾ ਨਾ, ਤਾਂ ਮੈਂ ਵੀ ਕਦੀ ਮੱਥੇ ਵੱਟ ਨਹੀਂ ਪਾਇਆ। ਜਿਹੜੇ ਆ ਗਏ ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰਨ ਦੇ ਲਈ ਮੈਂ ਬੜੇ ਪਿਆਰ ਦੇ ਨਾਲ ਪਹਿਲਾਂ ਅੰਨ ਆਦਿ ਪੀਸ ਕੇ ਫਿਰ ਉਹਦਾ ਭੋਜਨ ਪਕਾ ਕੇ ਦੇ ਖੁਸ਼ੀ ਕਰ ਤਿਆਰ ਛਕਾਵਾ। ਉਹਨਾਂ ਸਭ ਮਹਾਤਮਾ ਦੀਆਂ ਖੁਸ਼ੀਆਂ ਲੈਣ ਵਾਸਤੇ ਭੋਜਨ ਪਕਾ ਕੇ ਤਿਆਰ ਕਰਕੇ ਛਕਾਉਣੀ ਹਾਂ। ਕਰਤਾ ਸਾਥ ਰਹੀ ਬਨ ਮੇਰੀ। ਤੇ ਮਹਾਰਾਜ ਜੀ ਜਿਹੜਾ ਮੇਰਾ ਭਰਤਾ ਪਤੀ ਹੈ ਨਾ, ਉਹਦੇ ਨਾਲ ਮੇਰੀ ਨਿਭ ਰਹੀ ਹੈ, ਬਹੁਤ ਬਣ ਰਹੀ ਹੈ। ਉਹ ਵੀ ਬੜਾ ਗੁਰਮੁਖ ਹੈ, ਸੇਵਾ ਦਾ ਪ੍ਰੇਮੀ ਹੈ, ਤੇ ਮੈਨੂੰ ਵੀ ਸੇਵਾ ਦੀ ਚਾਹਨਾ ਲੱਗੀ ਹੋਈ। ਦੋਵੇਂ ਰਲ ਮਿਲ ਕੇ ਮਹਾਰਾਜ ਕੋ ਸਿੱਖਾਂ ਸੰਤਾਂ ਦੀ ਸੇਵਾ ਕਰਦੇ ਹਾਂ। ਸਿੱਖਨ ਸੇਵਾ ਕਰੋ ਕਨੇਰੀ। ਆਪ ਜੀ ਦੀ ਦਇਆ ਦੇ ਨਾਲ ਸਾਹਿਬ ਜੀ ਸਿੱਖਾਂ ਦੀ ਸੇਵਾ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ। ਸੰਤਨ ਤੇ ਮੈਂ ਪੂਰਬ ਸੁਣਿਆ। ਤੇ ਬਾਕੀ ਮੈਂ ਆਪਣੀ ਪਤੀ ਦੀ ਆਗਿਆ ਦੇ ਵਿੱਚ ਹਾਂ, ਕਿਉਂਕਿ ਜਿਹੜੇ ਸੰਤ ਸਾਡੇ ਘਰੇ ਆਏ ਸੀ ਨਾ, ਉਹਨਾਂ ਦੇ ਕੋਲੋਂ ਪਹਿਲਾਂ ਹੀ ਮੈਂ ਇਹ ਬਚਨ ਸੁਣਿਆ ਹੋਇਆ ਸੀ ਕਥਾ ਦੇ ਵਿੱਚ। ਰੇ ਕੋ ਇੱਕ ਲੰਬ ਪਤ ਗੁਨਿਓ। ਜਿਹੜੀ ਪਤੀ ਵਰਤਾ ਔਰਤ ਹੁੰਦੀ ਹੈ, ਉਹਦਾ ਇੱਕੋ ਇੱਕ ਆਸਰਾ ਉਹਦਾ ਪਤੀ ਹੁੰਦਾ ਹੈ। ਮਹਾਰਾਜ ਇਹ ਮੈਂ ਗੱਲ ਸੰਤਾਂ ਦੇ ਕੋਲੋਂ ਸੁਣੀ ਸੀ, ਤੇ ਸੁਣ ਕੇ ਮੈਂ ਉਹਨੂੰ ਸਮਝਿਆ ਸੀ, ਆਪਣੇ ਪੱਲੇ ਬੰਨ ਲਿਆ। ਜਾਤੇ ਸੇਵਾ ਕਰੋ ਮਾਨਾ। ਤੇ ਜਿਸ ਕਰਕੇ ਮੈਂ ਜਿੱਥੇ ਸੰਤਾਂ ਭਗਤਾਂ ਦੀ ਸੇਵਾ ਕਰਨੀ ਹੈ ਮਹਾਰਾਜ, ਮੈਂ ਆਪਣੇ ਪਤੀ ਦੀ ਵੀ ਭਾਵਨਾ ਦੇ ਨਾਲ ਸੇਵਾ ਕਰਦੀ ਹਾਂ। ਗੁਰ ਪਰਮੇਸ਼ਰ ਪਤ ਹੀ ਜਾਣਾ। ਗੁਰੂ ਤੇ ਪਰਮੇਸ਼ਰ ਦੇ ਸਵਾਲ ਹੀ ਮੈਂ ਆਪਣੇ ਪਤੀ ਨੂੰ ਜਾਣ ਕੇ ਸਤਿਕਾਰ ਦਿੰਦੀ ਹਾਂ। ਹਮ ਸਸਰੇ ਕੋ ਸਭ ਪਰਵਾਰ। ਤੇ ਪਾਤਸ਼ਾਹ ਜੀ ਹੁਣ ਇਹ ਤੁਹਾਡੇ ਕੋਲ ਆ ਕੇ ਪੁੱਛਣ ਦਾ ਕਾਰਨ ਇਹ ਹੈ ਵੀ ਜਿਹੜਾ ਮੇਰਾ ਸਹੁਰਾ ਪਰਿਵਾਰ ਹੈ, ਦੇਵਰ ਜੇਠ ਸੰਗ ਸਭ ਦਾਰਾ। ਜੋ ਮੇਰੇ ਦੇਰ ਜੇਠ ਦਰਾਣੀਆਂ ਜਠਾਣੀਆਂ ਜਾਂ ਬਾਕੀ ਸਾਰਾ ਹੀ ਪਰਿਵਾਰ ਹੈ, ਤੁਮਰੇ ਦਰਸ਼ਨ ਕੋ ਸਭ ਆਵੇ। ਮਹਾਰਾਜ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਂਦੇ ਸਾਰੇ ਹੀ ਸਿੱਖ ਨੇ। ਮੇਰਾ ਜੋ ਸਹੁਰਾ ਪਰਿਵਾਰ ਹੈ, ਸਤਿਗੁਰੂ ਜੀ ਬਰਸਾਣੇ ਨਗਰ ਤੋਂ ਚੱਲ ਕੇ ਤੇ ਸਾਰੇ ਵਿਸਾਖੀ ਦੇ ਜਾਂ ਦੀਵਾਲੀ ਦੇ ਜੋੜ ਮੇਲੇ ਦੇ ਤੁਹਾਡੇ ਦਰਸ਼ਨ ਕਰਨ ਆਉਂਦੇ ਹਨ। ਮਮ ਪਦ ਸਹਿਤ ਦੇਖ ਪੁੰਨ ਜਾਵੇ। ਮੇਰਾ ਪਤੀ ਵੀ ਇਹਨਾਂ
ਦੇ ਨਾਲ ਆਉਂਦਾ ਮੇਰੇ ਦੇਰ ਜੇਠ ਦਰਾਣੀਆਂ ਜਠਾਣੀਆਂ ਹੋਰ ਮਾਈਆਂ ਬੀਬੀਆਂ ਤੇ ਮੇਰਾ ਘਰ ਵਾਲਾ ਜੋ ਮੇਰਾ ਸਿੱਖ ਹੈ ਇਹ ਵੀ ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਜਾਂਦਾ ਹੈ। ਮੈਂ ਪਾਪਣ ਬਿਨ ਭਾਗ ਵਿਚਾਰਾ, ਪਰ ਮਹਾਰਾਜ ਜੀ ਮੈਂ ਜਿਹੜੀ ਹੈ ਨਾ ਪਾਪਣ ਮੈਂ ਵਿਚਾਰੀ, ਮੈਂ ਆਪਣੇ ਆਪ ਨੂੰ ਸਮਝਿਆ ਵੀ ਮੇਰੇ ਭਾਗ ਮਾੜੇ ਹਨ, ਮੈਂ ਪਾਪਣ ਹਾਂ, ਮੈਂ ਬੜੀ ਵਿਚਾਰੀ ਹਾਂ। ਗੁਰ ਸਰੂਪ ਨੇ ਕਬੈ ਨਿਹਾਰਾ, ਮੈਂ ਘਰ ਦੇ ਵਿੱਚ ਮਹਾਰਾਜ ਇਹੀ ਬੈਠੀ ਸੋਚਦੀ ਰਹਿੰਦੀ ਹੁੰਦੀ ਸੀ ਵੀ ਮੈਂ ਗੁਰੂ ਪਾਤਸ਼ਾਹ ਦੇ ਕਦੀ ਸਰੂਪ ਦੇ ਦਰਸ਼ਨ ਹੀ ਨਹੀਂ ਕੀਤੇ, ਮਹਾਰਾਜ ਦੇ ਕੋਲ ਹੀ ਨਹੀਂ ਗਈ ਚੱਲ ਕੇ ਕਦੇ। ਗਨ ਸਿੱਖਨ ਕੀ ਸੇਵਾ ਕਰੋ, ਉਹਦਾ ਕਾਰਨ ਇਹ ਸੀ ਵੀ ਮਹਾਰਾਜ ਇਹ ਸਾਰਾ ਜਦੋਂ ਪਰਿਵਾਰ ਇੱਧਰ ਨੂੰ ਆ ਜਾਂਦਾ ਤੇ ਸਾਡੇ ਘਰ ਦੇ ਵਿੱਚ ਸਿੱਖ ਸੇਵਕ ਜਿਹੜੇ ਆਉਂਦੇ ਸਨ, ਮੈਂ ਘਰੇ ਰਹਿ ਕੇ ਉਹਨਾਂ ਦੀ ਸੇਵਾ ਕਰਨੀ, ਕੋਈ ਲੰਗਰ ਭੋਜਨ ਪ੍ਰਸ਼ਾਦਾ ਛਕਾਉਣਾ। ਦਰਸ਼ਨ ਗੁਰੂ ਚਿਤਵਨਾ ਧਰੋ, ਪਰ ਸੇਵਾ ਕਰਦੇ ਮਹਾਰਾਜ ਜਦੋਂ ਇਹ ਸਾਰੇ ਇੱਧਰ ਤੁਹਾਡੇ ਦਰਸ਼ਨ ਕਰਨ ਆ ਜਾਂਦੇ ਸੀ ਨਾ, ਬਾਕੀ ਮੇਰਾ ਸਾਰਾ ਹੀ ਪਰਿਵਾਰ ਤੇ ਨਾਲੇ ਤਾਂ ਮੈਂ ਘਰ ਵਿੱਚ ਸੇਵਾ ਕਰੀ ਜਾਣੀ ਤੇ ਪਰ ਨਾਲ ਹੀ ਮੇਰੇ ਮਨ ਵਿੱਚ ਆਉਣਾ ਵੀ ਮੈਨੂੰ ਵੀ ਕਿਸੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਣਗੇ। ਹਰ ਮੈਂ ਹਿਰਦੈ ਵਿਚਾਰਤ ਬਾਤੀ, ਇਹਦਾ ਮਹਾਰਾਜ ਮੈਂ ਸੋਚਣਾ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਜ਼ਰੂਰ ਕਰਨੇ ਨੇ ਜਾ ਕੇ, ਪਰ ਸਤਿਗੁਰੂ ਜੀ ਏਦਾਂ ਸੋਚਾਂ ਆਉਂਦੇ ਆਉਂਦੇ ਇੱਕ ਹੋਰ ਮੇਰੇ ਮਨ ਵਿੱਚ ਵਿਚਾਰ ਆ ਜਾਣੀ, ਇੱਕ ਹੋਰ ਮੇਰੇ ਮਨ ਵਿੱਚ ਖਿਆਲ ਆ ਜਾਣਾ। ਉਹ ਸੇਵੈ ਸਿੱਖ ਮਮ ਪਛਾਤੀ, ਉਹ ਖਿਆਲ ਇਹ ਹੋਣਾ ਵੀ ਇਹ ਸਿੱਖਣੀਏ ਜੇ ਤੂੰ ਵੀ ਅਨੰਦਪੁਰ ਸਾਹਿਬ ਚਲੇਗੀ, ਤੇਰਾ ਪਤੀ ਸਾਰਾ ਪਰਿਵਾਰ ਤਾਂ ਪਹਿਲਾਂ ਹੀ ਜਾਂਦਾ ਹੈ ਸਹੁਰਾ ਪਰਿਵਾਰ, ਮਗਰੋਂ ਜੇ ਕੋਈ ਗੁਰੂ ਦਾ ਸਿੱਖ ਆ ਗਿਆ ਤੇ ਉਹਨਾਂ ਦੀ ਸੇਵਾ ਕੌਣ ਕਰੂਗਾ? ਘਰ ਨੂੰ ਬੂਹਾ ਵੱਜਾ ਹੋਇਆ, ਤਾਲਾ ਲੱਗਾ ਹੋਇਆ ਤਾਂ ਗੁਰੂ ਕੇ ਸਿੱਖ ਸੇਵਾ ਤੋਂ ਬਗੈਰ ਵਾਪਸ ਮੁੜ ਜਾਣਗੇ। ਇਹਦਾ ਮਹਾਰਾਜ ਮੇਰੇ ਮਨ ਵਿੱਚ ਵਿਚਾਰ ਆਇਆ। ਸਭ ਕੁਟੰਬੀਆਂ ਅਬ ਕੇ ਆਨੀ, ਇਹਦਾ ਦੀ ਮੇਰੀ ਭਾਵਨਾ ਇਹ ਵੀ ਸੀ ਵੀ ਦਰਸ਼ਨ ਕਰਾਂ ਅਨੰਦਪੁਰ ਜਾ ਕੇ। ਫਿਰ ਮਹਾਰਾਜ ਮੇਰੇ ਮਨ ਦੀ ਭਾਵਨਾ ਰੁਕ ਜਾਂਦੀ ਵੀ ਸਿੱਖਾਂ ਦੀ ਸੇਵਾ ਕੌਣ ਕਰੂਗਾ। ਪਰ ਇਸ ਵਾਰ ਜਦੋਂ ਮਹਾਰਾਜ ਵਿਸਾਖੀ ਦੇ ਜੋੜ ਮੇਲੇ ਵਾਸਤੇ ਸਾਰੇ ਨਗਰ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਤਾਂ ਜਿਹੜਾ ਮੇਰਾ ਪਰਿਵਾਰ ਸੀ ਨਾ, ਜਿਹੜਾ ਮੇਰਾ ਸਹੁਰਾ ਟੱਬਰ, ਉਹਨਾਂ ਨੇ ਮੈਨੂੰ ਨਾਲ ਹੀ ਲੈ ਆਂਦਾ। ਲਖ ਦਰਸ਼ਨ ਕੀ ਚਾਹੇ ਮਾਨੀ, ਉਹਨਾਂ ਨੇ ਜਾਣਿਆ ਵੀ ਮੇਰੇ ਮਨ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਦੀ ਬੜੀ ਮਹਾਨ ਇੱਛਾ ਤੇ ਚਾਹਨਾ ਹੈ। ਮਮ ਪਤ ਕੀ ਮਰਜ਼ੀ ਥੀ ਨਹੀਂ, ਮੇਰੇ ਪਤੀ ਦੀ ਤੇ ਮਹਾਰਾਜ ਮਰਜ਼ੀ ਨਹੀਂ ਸੀ, ਮੇਰਾ ਸਵਾਮੀ ਤਾਂ ਕਹਿੰਦਾ ਸੀ ਵੀ ਮੈਂ ਘਰੇ ਹੀ ਰਹਿ ਕੇ ਸੇਵਾ ਕਰਾਂ। ਤਉ ਸਭਨ ਕੇ ਸੰਗੀ ਰਹੀ, ਪਰ ਫੇਰ ਵੀ ਜਦੋਂ ਬਾਕੀ ਸਾਰੇ ਪਰਿਵਾਰ ਨੇ ਕਿਹਾ ਤਾਂ ਉਹਨਾਂ ਮੈਨੂੰ ਆਪਣੇ ਨਾਲ ਰਲਾ ਲਿਆ ਤੇ ਆਪਣੀ ਸੰਗਤ ਰਲਾ ਕੇ ਪਾਤਸ਼ਾਹ ਮੈਨੂੰ ਅਨੰਦਪੁਰ ਸਾਹਿਬ ਲੈ ਆਏ। ਤਕੋ ਚੱਲ ਆਈ ਤੁਮ ਪਾਈ, ਤੇ ਪਾਤਸ਼ਾਹ ਜੀ ਏਦਾਂ ਫਿਰ ਪਰਿਵਾਰ ਦੇ ਨਾਲ ਮੈਂ ਚੱਲ ਕੇ ਇੱਧਰ ਆਪ ਜੀ ਦੇ ਪਾਸ ਅਨੰਦਪੁਰ ਸਾਹਿਬ ਆ ਗਏ। ਧਿਆਨ ਮਮ ਲੰਗਰ ਮਾਈ, ਸਤਿਗੁਰੂ ਜੀ ਸੱਚ ਕਹਿਨੀ ਹੈ ਵੀ ਭਾਵੇਂ ਮੈਂ ਅਨੰਦਪੁਰ ਸਾਹਿਬ ਦਰਸ਼ਨ ਕਰਨ ਤੁਹਾਡੇ ਤਾਂ ਆ ਗਈ, ਪਰ ਮੇਰਾ ਧਿਆਨ ਮਹਾਰਾਜ ਲੰਗਰ ਜੀ ਹੈ ਵੀ ਉਹ ਮੇਰੇ ਮਗਰੋਂ ਲੰਗਰ ਬੰਦ ਹੋ ਗਿਆ ਹੋਣਾ ਹੈ। ਰਾਵਣ ਨਿਕਟ ਪੀਰ ਪਿਕ ਭਾਰੀ, ਫਿਰ ਮੈਂ ਸੋਚਿਆ ਵੀ ਹੁਣ ਇੱਥੋਂ ਤੀਕਰ ਆ ਗਏ ਆ ਤੇ ਮਹਾਰਾਜ ਦੇ ਦਰਸ਼ਨ ਕਰੀ ਆਈਏ ਜਾ ਕੇ। ਤੇ ਪਾਤਸ਼ਾਹ ਜਿੱਥੇ ਸਾਡਾ ਡੇਰਾ ਲੱਗਾ ਏ ਸਾਰੀਆਂ ਸੰਗਤਾਂ ਤੁਹਾਡੇ ਦਰਸ਼ਨ ਕਰਨ ਆ ਗਈਆਂ ਸੀ, ਮੇਰਾ ਸੁਆਮੀ ਨਹੀਂ ਸੀ ਆਇਆ, ਹਾਲਾਂ ਉਹ ਪਹਿਲਾਂ ਕਰ ਗਿਆ ਤੇ ਮੈਂ ਮਹਾਰਾਜ ਤੁਹਾਡੇ ਦਰਸ਼ਨ ਕਰਨ ਵਾਸਤੇ ਜਦੋਂ ਆਈ ਤੇ ਆ ਕੇ ਵੇਖਿਆ ਵੀ ਇੱਥੇ ਤਾਂ ਸੰਗਤਾਂ ਦੀ ਸਿੱਖਾਂ ਦੀ ਬੜੀ ਭੀੜ ਹੈ। ਅਟੀ ਆਵਤੀ ਹਿਰਦੈ ਵਿਚਾਰੀ, ਆ ਮੁੜੀ ਤੇਰੇ ਦਿਲ ਵਿੱਚ ਇਸ ਤਰ੍ਹਾਂ ਵਿਚਾਰਿਆ ਮਹਾਰਾਜ ਮੈਂ ਦਰਸ਼ਨ ਕਰਨ ਵਾਸਤੇ ਆ ਤਾਂ ਰਹੀ ਸਾਂ, ਜਦੋਂ ਬਹੁਤੇ ਗੁਰਸਿੱਖਾਂ ਦੀ ਭੀੜ ਵੇਖੀ ਤਾਂ ਮੈਂ ਭੀੜ ਵੇਖ ਕੇ ਵਾਪਸ ਮੁੜ ਗਈ। ਤੇ ਮੁੜ ਕੇ ਜਾਂਦਿਆਂ ਹੋਇਆਂ ਮੈਂ ਆਪਣੇ ਦਿਲ ਵਿੱਚ ਇਹ ਵਿਚਾਰ ਕੀਤੀ ਮਮ ਪਾਪਣ ਕੋ ਦਰਸ਼ਨ ਤਾਂ, ਕਿ ਮੈਂ ਪਾਪਣ ਐ ਵੀ ਮੇਰੇ ਵਰਗੀ ਪਾਪਣ ਨੂੰ ਕਿੱਥੇ ਗੁਰੂ ਮਹਾਰਾਜ ਦੇ ਦਰਸ਼ਨ ਹੁੰਦੇ ਹਨ। ਵੀ ਇੱਥੇ ਅਨੰਦਪੁਰ ਵੀ ਆ ਗਈ ਐ ਵੀ ਇੰਨੀ ਗਾੜੀ ਸੰਗਤ ਹੈ ਵੀ ਹੁਣ ਮੈਂ ਕਿਵੇਂ ਗੁਰੂ ਸਾਹਿਬ ਜੀ ਦੇ ਕੋਲ ਜਾਵਾਂ, ਕਿਵੇਂ ਮਹਾਰਾਜ ਸਾਹਿਬ ਜੀ ਦੇ ਜਾ ਕੇ ਦਰਸ਼ਨ ਕਰਾਂ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਮੈਂ ਵਿਚਾਰ ਕੇ ਵੀ ਮਮ ਪਾਪਣ ਕੋ ਦਰਸ਼ਨ ਕਹਾਂ, ਮੇਰੇ ਵਰਗੀ ਪਾਪਣ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਿੱਥੇ ਹੋਣੇ ਹਨ। ਚੱਲ ਕਰ ਆਈ ਤਉ ਨ ਲਾ, ਏਦਾਂ ਮਹਾਰਾਜ ਮੈਂ ਸੋਚ ਕੇ ਜਾ ਹੀ ਰਹੀ ਸੀ, ਵਿਚਾਰ ਕਰਦੀ ਵੀ ਵੇਖੋ ਅਨੰਦਪੁਰ ਮੈਂ ਆ ਗਈ ਹਾਂ, ਪਹਿਲਾਂ ਇੰਨੇ ਸਾਲ ਮੈਨੂੰ ਕੋਈ ਅਨੰਦਪੁਰ ਲੈ ਕੇ ਨਹੀਂ ਆਇਆ, ਜੇ ਇਸ ਵਾਰ ਸੰਗਤ ਲੈ ਕੇ ਆਈ ਹੈ
ਫੇਰ ਵੀ ਮਹਾਰਾਜ ਦੇ ਮੈਂ ਦਰਸ਼ਨ ਨਹੀਂ ਕਰ ਸਕੇ। ਜਾਏ ਕਰੂੰ ਮੈਂ ਲੰਗਰ ਸੇਵਾ। ਤੇ ਮੇਰੇ ਮਨ ਚ ਆਇਆ ਵੀ ਚਲੋ ਇੱਥੇ ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ ਤੇ ਮੈਂ ਜਾ ਕੇ ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰ ਲਵਾਂ, ਕਿਉਂਕਿ ਮੇਰਾ ਧਿਆਨ ਲੰਗਰ ਵਿੱਚ ਸੀ। ਮੈਂ ਅੰਤਰਜਾਮੀ ਲੱਖ ਭੇਵਾ। ਪਰ ਮਹਾਰਾਜ ਤੁਸੀਂ ਤੇ ਸਿੱਖਾਂ ਦੇ ਅੰਦਰ ਦੀ ਜਾਣਨ ਵਾਲੇ, ਮੇਰੇ ਦਿਲ ਦਾ ਭੇਦ ਜਾਣ ਲਿਆ, ਮੇਰੇ ਅੰਦਰ ਦੀ ਗੱਲ ਜਾਣ ਕੇ ਪਟਿਓ ਸਿੱਖ ਤੇ ਨਾ ਜਾਏ ਅਕਾਰੀ। ਆਪਣੇ ਮਹਾਰਾਜ ਹਜ਼ੂਰੀ ਦਾ ਇੱਕ ਸਿੱਖ ਭੇਜਿਆ ਮੇਰੇ ਪਾਸ ਤੇ ਮੈਨੂੰ ਵਾਪਸ ਜਾਂਦੀ ਨੂੰ ਉਹਨੇ ਆਵਾਜ਼ ਮਾਰੀ। ਨਿਕਟ ਹੋਏ ਮੁਝ ਸਾਹਮਣੇ ਉਚਾਰ। ਮਹਾਰਾਜ ਸਿੱਖ ਨੇ ਮੇਰੇ ਕੋਲ ਆ ਕੇ ਆਖਿਆ ਵੀ ਇਹ ਭੈਣਾ, ਇਹ ਬੀਬਾ, ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਦਦੇ ਹਨ। ਸਤਿਗੁਰ ਤੋਏ ਬੁਲਾਵਨ ਕਰਿਓ। ਤੇ ਜਦੋਂ ਮਹਾਰਾਜ ਮੇਰੇ ਕੰਨਾਂ 'ਚ ਆਵਾਜ਼ ਸਿੱਖ ਦੇ ਮੁਖੋਂ ਨਿਕਲ ਕੇ ਪਈ ਵੀ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੁਲਾ ਰਹੇ ਹਨ, ਸੁਨਿਆ ਆਨੰਦ ਮੇਰੋ ਔਰ ਭਰਿਓ। ਆ ਮਹਾਰਾਜ ਸਾਹਿਬ ਜੀ ਉਹ ਸਿੱਖ ਦੇ ਕੋਲੋਂ ਸੁਣ ਕੇ ਮੇਰਾ ਜਿਹੜਾ ਹਿਰਦਾ ਹੈ ਉਹ ਆਨੰਦ ਦੇ ਨਾਲ ਭਰ ਗਿਆ। ਦਇਆ ਕਰੀ ਮੁਝ ਆਪ ਕਾਰਾ। ਮਹਾਰਾਜ ਸਾਹਿਬ ਜੀ ਇਹ ਆਪ ਜੀ ਨੇ ਬੜੀ ਦਇਆ ਕੀਤੀ ਹੈ, ਜਿਹੜਾ ਮੈਨੂੰ ਆਪ ਸੱਦਿਆ ਹੈ, ਆਪ ਜੀ ਨੇ ਦਰਸ਼ਨ ਦਿੱਤੇ ਹਨ। ਆਪ ਕਿਰਪਾਲੂ ਬਿਰਦ ਸੰਭਾਲ। ਤੁਸੀਂ ਮਹਾਰਾਜ ਕਿਰਪਾਲੂ ਹੋ ਤੇ ਆਪਣਾ ਬਿਰਦ, ਆਪਣਾ ਧਰਮ ਸੰਭਾਲ ਕੇ ਆਪਣੀ ਮਹਾਰਾਜ ਜੀ ਧਰਮ ਬਿਰਦ ਬਾਣੀ ਦੀ ਲਾਜ ਰੱਖੀ ਹੈ। ਮੈਂ ਤਾਂ ਨਿਰਾਸ਼ ਹੋ ਕੇ ਮੁੜ ਗਈ ਸੀ ਵੀ ਮੈਨੂੰ ਪਾਪਣ ਨੂੰ ਦਰਸ਼ਨ ਕੀਤੇ, ਪਰ ਪਾਤਸ਼ਾਹ ਤੁਸੀਂ ਸਿੱਖ ਭੇਜ ਕੇ ਆਵਾਜ਼ ਮਾਰ ਕੇ ਮੈਨੂੰ ਆਪਣੇ ਦਰਸ਼ਨ ਕਰਾਏ ਹਨ। ਮੁਝ ਪਰ ਹੁਕਮ ਹੋਏ ਜਿਸ ਭਾਂਤੀ। ਹੁਣ ਪਾਤਸ਼ਾਹ ਆਪ ਜੀ ਕਿਰਪਾ ਕਰੋ ਵੀ ਆ ਮੇਰੀ ਸਾਰੀ ਗੱਲਬਾਤ ਹੈ, ਜਿਵੇਂ ਤੁਹਾਡਾ ਹੁਣ ਅੱਗੇ ਵਾਸਤੇ ਮੈਨੂੰ ਹੁਕਮ ਹੋਵੇ, ਜਿਵੇਂ ਤੁਹਾਡਾ ਮਹਾਰਾਜ ਸਾਹਿਬ ਉਪਦੇਸ਼ ਹੋਵੇ ਅੰਗੀਕਾਰ ਕਰੋ ਸੋ ਬਾਤੀ। ਉਹ ਤੁਹਾਡੀ ਮਹਾਰਾਜ ਜੀ ਸਿੱਖਿਆ ਮੈਂ ਅੰਗੀਕਾਰ ਕਰੂੰ, ਮੈਂ ਪੱਲੇ ਬੰਨ ਨੂੰ ਜੋ ਤੁਸੀਂ ਕਹੋਗੇ ਵੀ ਜਿਵੇਂ ਤੁਹਾਡਾ ਉਪਦੇਸ਼ ਹੋਵੇਗਾ। ਸੁਣ ਕਲਗੀ ਧਰ ਭਏ ਪ੍ਰਸੰਨ। ਸਿੱਖਣੀ ਦੇ ਕੋਲੋਂ ਇਹ ਸਾਰੀ ਗੱਲ ਸੁਣ ਕੇ ਮਹਾਰਾਜ ਬੜੇ ਪ੍ਰਸੰਨ ਹੋਏ। ਭਇਓ ਬਚਨ ਸਿੱਖਣੀ ਤੂੰ ਧਨ। ਸਾਹਿਬ ਜੀ ਕਹਿਣ ਲੱਗੇ, ਹੇ ਸਿੱਖਣੀਏ ਤੂੰ ਧਨ ਹੈ ਤੇਰਾ ਜੀਵਨ। ਹਰ ਸੋਹਰ ਧਨ ਸੋ ਤੇਰੇ। ਤੇਰੇ ਪੇਕੇ ਧਨ ਨੇ ਜਿਨ੍ਹਾਂ ਤੈਨੂੰ ਜਣਿਆ, ਤੇਰੇ ਸਹੁਰੇ ਧਨ ਨੇ ਜਿਸ ਪਰਿਵਾਰ ਵਿੱਚ ਵਿਆਹ ਕੇ ਤੂੰ ਆਈ ਹੈ। ਸੁਨ ਸੋਣ ਸੁਨਿਓ ਇੱਕ ਬੇਰ। ਧਨ ਹੈ ਤੂੰ ਜਿੰਨੇ ਕੰਨਾਂ ਦੇ ਵਿੱਚ ਇੱਕ ਵਾਰ ਹੀ ਸਾਧ ਸੰਗਤ ਦੀ ਸੇਵਾ ਦਾ ਬਚਨ ਸੁਣਿਆ, ਇੱਕ ਵਾਰ ਹੀ ਇਹ ਬਚਨ ਸੁਣਿਆ ਵੀ ਇਸਤਰੀ ਦਾ ਆਸਰਾ ਪਤੀ ਹੀ ਹੁੰਦਾ ਹੈ। ਸਿਦਕ ਸੇਵਕ ਸਿੱਖ ਸੰਤ। ਤੇ ਇੱਕ ਵਾਰੀ ਉਸ ਮਹਾਤਮਾ ਦੇ ਕੋਲੋਂ ਸੁਣ ਕੇ ਸਿਦਕ ਰੱਖ ਲਿਆ ਆਪਣੇ ਪਤੀ ਤੇ ਪਤੀ ਦੀ ਆਗਿਆ ਅਨੁਸਾਰ ਸੰਤਾਂ ਦੇ ਸਿੱਖਾਂ ਦੀ ਸੇਵਾ ਕੀਤੀ ਦਿਲ ਦੀਆਂ ਭਾਵਨਾ ਦੇ ਨਾਲ। ਤਾ ਸਿਦਕ ਰਾਖਿਓ ਵਿੱਚ ਕੰਤ। ਕਹਿੰਦੇ ਜਿਸ ਸਿਦਕ ਦੇ ਨਾਲ ਗੁਰ ਸਿੱਖਾਂ ਦੀ ਸੰਤਾਂ ਦੀ ਸੇਵਾ ਕੀਤੀ, ਮਹਾਰਾਜ ਕਹਿੰਦੇ ਇਸ ਕਰਕੇ ਵੀ ਤੂੰ ਧਨ ਹੈ ਤੇ ਇਸ ਕਰਕੇ ਵੀ ਤੂੰ ਧਨ ਹੈ ਵੀ ਜਿਵੇਂ ਤੂੰ ਮਹਾਂਪੁਰਖਾਂ ਦੀ ਸੇਵਾ ਵਾਸਤੇ ਸਿਦਕ ਪਾਲਿਆ, ਉਸੇ ਤਰ੍ਹਾਂ ਹੀ ਆਪਣੇ ਪਤੀ ਦੇ ਉੱਤੇ ਵੀ ਸਿਦਕ ਰੱਖਿਆ, ਆਪਣੇ ਪਤੀ ਨੂੰ ਵੀ ਪਰਮੇਸ਼ਰ ਕਰਕੇ ਜਾਣਿਆ। ਕੀ ਤੁਝ ਪਰ ਭੇਟ ਚੜਾਵੇ। ਸਾਹਿਬ ਕਹਿੰਦੇ ਵੀ ਅਸੀਂ ਵੀ ਤੈਨੂੰ ਕੋਈ ਨਾ ਕੋਈ ਭੇਟਾ ਚੜਾਵਾਂਗੇ, ਤੇਰੇ ਤੇ ਕੋਈ ਬਖਸ਼ਿਸ਼ ਕਰਾਂਗੇ। ਪਤ ਪਰਤਾ ਤੇਰਾ ਜਬ ਆਵੇ। ਪਰ ਭਰਤਾ ਤੇਰਾ ਜਬ ਆਵੇ। ਪਰ ਮਹਾਰਾਜ ਕਹਿੰਦੇ ਕੱਲੀ ਨੂੰ ਨਹੀਂ ਬਖਸ਼ਿਸ਼ ਹੋਣੀ, ਜਦੋਂ ਤੇਰਾ ਭਰਤਾ, ਤੇਰਾ ਪਤੀ, ਤੇਰਾ ਸਿੱਖ ਤੇਰੇ ਨਾਲ ਆਵੇਗਾ ਉਦੋਂ ਤੈਨੂੰ ਬਖਸ਼ਿਸ਼ ਕਰਾਂਗੇ। ਇਹ ਦੇਵੀ ਅਬ ਕਰੋ ਪਿਆਰ। ਇਹ ਤਾਂ ਵਚਨ ਬਲਾਸ ਹੋਏ ਤੇ ਮਹਾਰਾਜ ਕਹਿੰਦੇ, ਹੇ ਸਿੱਖਣੀ ਜਾ ਹੁਣ ਤੂੰ ਆਪਣੇ ਡੇਰੇ ਚਲੀ ਜਾ। ਭਈ ਭਾਵਨੀ ਪੂਰਮਾ। ਜੋ ਤੇਰੇ ਦਿਲ ਦੀ ਭਾਵਨਾ ਸੀ ਦਰਸ਼ਨ ਕਰਨ ਦੀ ਸਾਡੇ, ਉਹ ਤੇਰੇ ਦਿਲ ਦੀ ਭਾਵਨਾ ਪੂਰੀ ਹੋ ਗਈ ਹੈ। ਕਰ ਸੇਵਾ ਕਰੀ ਮੈਂ ਰਹੋ। ਤੇ ਨਾਲ ਮਹਾਰਾਜ ਸਾਹਿਬ ਨੇ ਇਹ ਉਪਦੇਸ਼ ਦਿੱਤਾ ਵੀ ਅੱਗੇ ਤੋਂ ਤੂੰ ਘਰ ਦੇ ਵਿੱਚ ਹੀ ਰਿਹਾ ਕਰ। ਉੱਥੇ ਜਿਹੜੇ ਸਾਧ ਸੰਗਤ ਕੋਈ ਆਇਆ ਹੋਇਆ ਗਰੀਬ ਗੁਰਬਾ, ਉਹਨਾਂ ਦੀ ਲੰਗਰ ਪਕਾ ਕੇ ਸੇਵਾ ਕਰਿਆ ਕਰ। ਆ ਮਿਲਣ ਗੁਰ ਕੋ ਸੋ ਲਾਓ। ਧੰਨ ਗੁਰੂ ਕਲਗੀਧਰ ਸਾਹਿਬ ਜੀ ਕਹਿਣ ਲੱਗੇ, ਹੇ ਸਿੱਖਣੀ ਗੁਰੂ ਨੂੰ ਮਿਲਣ ਦਾ ਇਹੀ ਰਾਹ ਹੈ ਜਿਹੜਾ ਸਿੱਖਾਂ ਦੀ ਸੰਤਾਂ ਦੀ ਸੇਵਾ ਕਰਨੀ। ਮਾਨੋ ਵੀ ਇਹਦੇ ਨਾਲ ਗੁਰੂ ਪ੍ਰਸੰਨ ਹੁੰਦਾ ਹੈ, ਇਹੀ ਗੁਰੂ ਨਾਲ ਮਿਲਣ ਦਾ ਰਸਤਾ ਹੈ। ਸੁਣ ਕਰ ਨਿਜ ਡੇਰੇ ਮੈਂ ਗਈ। ਇਹ ਤਾਂ ਸਾਧ ਸੰਗਤ ਜੀ ਮਹਾਰਾਜ ਦਾ ਹੁਕਮ ਸੁਣ ਕੇ ਉਹ ਜੋ ਮਾਈ ਸੀ ਉਹ ਸਿੱਖਣੀ ਆਪਣੇ ਡੇਰੇ ਵਿੱਚ ਚਲੇਗੀ ਜਿੱਥੇ ਪੜਾ ਲੱਗਾ ਸੀ ਇਹਨਾਂ ਦੇ ਨਗਰ ਦਾ। ਕਰਤਾ ਸਾਥ ਬਾਤ ਕਹਿ ਦਈ। ਜਾ ਕੇ ਆਪਣੇ
ਆਪਣੇ ਪਤੀ ਨੂੰ ਸਾਰੀ ਗੱਲ ਕਹਿ ਦਿੱਤੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਏ ਨੇ ਤੇ ਮਹਾਰਾਜ ਨੇ ਮੇਰੇ ਤੇ ਖੁਸ਼ੀਆਂ ਕੀਤੀਆਂ ਤੇ ਨਾਲ ਕਹਿੰਦੇ ਸੀ ਤੈਨੂੰ ਇੱਕ ਬਖਸ਼ਿਸ਼ ਦੇਵਾਂਗੇ ਜਦੋਂ ਤੂੰ ਆਪਣੇ ਪਤੀ ਦੇ ਨਾਲ ਆਵੇਂਗੀ। ਉਠੇ ਪ੍ਰਭੂ ਦਰਸ਼ਨ ਦੇ ਗਏ। ਇਧਰੋਂ ਸਿੱਖਣੀ ਜਿਹੜੀ ਆ ਉਹ ਆਪਣੇ ਡੇਰੇ ਗਈ ਆ। ਮਹਾਰਾਜ ਕਲਗੀਧਰ ਵਿਸਾਖੀ ਦੇ ਦਰਸ਼ਨ ਦੇ ਕੇ ਦੀਵਾਨ ਵਿੱਚੋਂ ਉੱਠੇ ਹਨ ਪਰ ਸਕਲ ਨਿਜ ਨਿਜ ਬਲ ਭਏ। ਤੇ ਬਾਕੀ ਹੋਰ ਵੀ ਜਿਹੜੇ ਸਾਰੇ ਆਪੋ ਆਪਣੇ ਥਾਵਾਂ ਡੇਰਿਆਂ ਤੇ ਚਲੇ ਗਏ। ਸਬਤ ਹੋਏ ਕਰ ਨਿਸਾ ਬਿਤਾਈ। ਰਾਤ ਦਾ ਸਮਾਂ ਆਇਆ, ਸੌਂ ਕੇ ਸਾਰਿਆਂ ਨੇ ਰਾਤ ਬਤੀਤ ਕੀਤੀ ਹੈ। ਪ੍ਰਾਤ ਪੁਨ ਸਭਾ ਲਗਾਈ। ਵਿਸਾਖੀ ਤੋਂ ਅਗਲਾ ਦਿਨ ਹੋਇਆ, ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਦੀਵਾਨ ਸਜਾ ਲਿਆ। ਇਹ ਜਦੋਂ ਜਿਹੜੀ ਸਿੱਖਣੀ ਮਾਈ ਸੀ ਉਹ ਆਪਣੇ ਪਤੀ ਨੂੰ ਨਾਲ ਲੈ ਕੇ ਗੁਰੂ ਸਾਹਿਬ ਵੱਲ ਆ ਗਈ ਵੀ ਚੱਲੀਏ ਆਪਾਂ। ਗੁਰੂ ਸਾਹਿਬ ਕਹਿੰਦੇ ਸੀ ਜਦੋਂ ਤੇਰਾ ਪਤੀ ਆਓ ਤੈਨੂੰ ਭੇਟਾ ਦੇਵਾਂਗੇ। ਆ ਕਰਕੇ ਉਹ ਸਿੱਖਣੀ ਆਪਣੇ ਸਿੱਖ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਆ ਕੇ ਖੜੀ ਹੋ ਗਈ। ਇੱਥੇ ਸਾਧ ਸੰਗਤ ਇੱਕ ਸ਼ਬਦ ਧਿਆਨ ਦੇ ਵਿੱਚ ਲਿਆਉਣਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਅਸੀਂ ਗੁਰੂ ਕੇ ਸਿੱਖ ਸਿੱਖਣੀਆਂ ਹਾਂ, ਇਵੇਂ ਪੁਰਾਣੇ ਸਮਿਆਂ ਦੇ ਵਿੱਚ ਘਰ ਵਾਲਾ ਜਾਂ ਘਰ ਵਾਲੀ ਸ਼ਬਦ ਨਹੀਂ ਸੀ ਸਿੱਖ ਵਰਤਦੇ। ਜਿਵੇਂ ਕਹਿੰਦਾ ਵੀ ਉਹ ਫਲਾਨਾ ਮੇਰਾ ਸਿੰਘ ਹੈ ਤੇ ਮੈਂ ਉਹਦੀ ਸਿੰਘਣੀ ਆ, ਇੱਕ ਇਹ ਸ਼ਬਦ ਵਰਤਿਆ ਜਾਂਦਾ ਸੀ। ਤੇ ਇੱਕ ਉਹ ਫਲਾਨਾ ਉਹ ਮੇਰਾ ਸਿੱਖ ਹੈ ਤੇ ਮੈਂ ਉਹਦੀ ਸਿੱਖਣੀ ਹੈ। ਇਹ ਸ਼ਬਦ ਪੁਰਾਤਨ ਸਿੱਖ ਸਿੱਖਣੀਆਂ ਵਰਤਦੇ ਸਨ। ਉਸ ਭਾਵਨਾ ਨਾਲ ਹੀ ਮਹਾਰਾਜ ਸਾਹਿਬ ਜੀ ਦੇ ਕੋਲ ਇਹ ਜਦੋਂ ਆਏ ਤੇ ਸਾਹਿਬ ਜੀ ਨੇ ਉਸੇ ਤਰ੍ਹਾਂ ਪੁੱਛਿਆ ਸੀ। ਹੁਣ ਉਹ ਫਿਰ ਬਚਨ ਚੱਲਣਗੇ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਜਦੋਂ ਚੱਲ ਕੇ ਆਈ ਤੇ ਸਾਹਮਣੇ ਆ ਕੇ ਖਲੋ ਗਈ ਸਤਿਗੁਰਾਂ ਦੇ। ਦਸਮ ਪਾਤਸ਼ਾਹ ਵੇਖ ਕੇ ਪ੍ਰਸੰਨ ਹੋਏ ਤੇ ਆਪਣੇ ਮੁਖੋਂ ਵੇਖ ਕੇ ਕਹਿਣ ਲੱਗੇ। ਪਾਤਸ਼ਾਹ ਕਹਿੰਦੇ ਹੇ ਸਿੱਖਣੀਏ ਦੱਸ ਵੀ ਤੇਰਾ ਸਿੱਖ ਕਿਹੜਾ ਹੈ, ਤੂੰ ਕਿਹਦੀ ਸਿੱਖਣੀ ਹੈ, ਬਾਪ ਤੂੰ ਕਿਹਦੀ ਘਰ ਵਾਲੀ ਹੈ। ਉਹ ਮਾਈਆਂ ਜਿਹੜੀਆਂ ਸਨ ਪੁਰਾਣੇ ਸਮਿਆਂ ਦੀਆਂ ਉਹ ਆਪਣੇ ਪਤੀ ਦਾ ਨਾਮ ਨਹੀਂ ਸੀ ਲੈਂਦੀਆਂ। ਉਹ ਥੋੜਾ ਜਿਹਾ ਉਹਨੇ ਸੰਕੋਚ ਕੀਤਾ ਤੇ ਸੰਕੋਚ ਕਰਦਿਆਂ ਸ਼ਰਮਾਉਂਦਿਆਂ ਹੋਇਆਂ ਮੁਖੋਂ ਕਿਹਾ ਇਹ ਸੱਚੇ ਪਾਤਸ਼ਾਹ ਜੀ ਸਾਡੀ ਬੇਨਤੀ ਸੁਣਨਾ ਕਰੋ। ਜੇ ਕਰਕੇ ਗੁਰੂ ਅਣਜਾਣ ਹੋਵੇ, ਜੇ ਤਾਂ ਗੁਰੂ ਨੂੰ ਕੁਝ ਨਾ ਪਤਾ ਹੋਵੇ ਤਾਂ ਮਹਾਰਾਜ ਮੈਂ ਆਪ ਜੀ ਨੂੰ ਦੱਸਣ ਵਾਸਤੇ ਮੁਖੋਂ ਕਹਾ ਵੀ ਮੇਰਾ ਸਿੱਖ ਮੇਰਾ ਪਤੀ ਕੌਣ ਹੈ। ਪਾਪ ਤੁਸੀਂ ਸਾਰਾ ਕੁਝ ਜਾਣਦੇ ਹੋ। ਸੰਗਤ ਸੁਣਤਾ ਆਪਣੇ ਹੁੰਦੇ ਸਬੇਰੀ। ਸਾਰੀ ਸੰਗਤ ਮਹਾਰਾਜ ਵੱਲ ਧਿਆਨ ਦੇ ਰਹੀ ਹੈ। ਸਤਿਗੁਰੂ ਸਾਹਿਬ ਨੇ ਸਾਰੀ ਸੰਗਤ ਦੇ ਸੁਣਦਿਆਂ ਆਪਣੇ ਮੁਖੋਂ ਬੀਬੀ ਕੋ ਸੁਣ ਕੇ ਬਚਨ ਕਿਹਾ ਸਿਖਾ ਸਿੱਖਣੀ ਇਹੋ ਤੇਰੀ। ਆ ਜਿਹੜਾ ਉਹਦਾ ਪਤੀ ਨਾਲ ਆਇਆ ਸੀ ਮਹਾਰਾਜ ਕਹਿੰਦੇ ਸਿੱਖਾ ਤੂੰ ਦੱਸ ਇਹ ਜਿਹੜੀ ਮਾਈ ਹੈ ਜਿਹੜੀ ਸਿੱਖਣੀ ਹੈ ਇਹ ਤੇਰੀ ਹੈ ਭਾਵੇਂ ਤੇਰੀ ਘਰ ਵਾਲੀ ਹੈ। ਸਿੱਖ ਮਾਰਗ ਦੋਹਰਾ। ਉਹ ਗੁਰੂ ਕੇ ਜਿਹੜਾ ਸਿੱਖ ਹੈ ਮਹਾਰਾਜ ਸਾਹਿਬ ਜੀ ਦਾ ਬਚਨ ਸੁਣ ਕੇ ਭਾਵਨਾ ਜਿਹੜੀ ਅੰਦਰੋਂ ਬਣੀ ਸੀ ਉਹ ਭਾਵਨਾ ਦੇ ਅਨੁਸਾਰ ਕਹਿਣ ਲੱਗਾ ਦੋਹਰਾ ਤਨ ਮਨ ਧਨ ਗੁਰ ਕੋ ਸਭੈ। ਕਹਿਣ ਲੱਗਾ ਮਹਾਰਾਜ ਇਹ ਮੇਰਾ ਸਰੀਰ ਇਹ ਸਾਡਾ ਮਨ ਇਹ ਸਾਡਾ ਧਨ ਸਾਰਾ ਕੁਝ ਹੀ ਗੁਰੂ ਸਾਹਿਬ ਜੀ ਦਾ ਹੈ। ਮਮਤਾ ਛੋੜੀ ਦੂਰ। ਇਸ ਕਰਕੇ ਸਰੀਰ ਦੀ ਮਨ ਦੀ ਮਾਇਆ ਦੀ ਜਿਹੜੀ ਮੇਲ ਹੁੰਦੀ ਹੈ ਇਹ ਮਮਤਾ ਮਹਾਰਾਜ ਛੱਡ ਕੇ ਦੂਰ ਕਰ ਦਿੱਤੀ ਹੈ ਤੇ ਸਾਰਾ ਕੁਝ ਗੁਰੂ ਸਾਹਿਬ ਦਾ ਤੁਹਾਡਾ ਹੀ ਹੈ। ਸੰਜੋਗੀ ਲਾਰ ਪਰ ਹਾਂ ਉਦਾਂ ਜਿਹੜਾ ਦੇਹਾਂ ਦਾ ਸੰਜੋਗ ਹੁੰਦਾ ਹੈ ਨਾ ਵੀ ਪੂਰਵ ਜਨਮ ਕੇ ਮਿਲੇ ਸੰਜੋਗੀ ਉਹਦੇ ਮੁਤਾਬਕ ਮਹਾਰਾਜ ਮੇਰੇ ਦੇਹ ਦੇ ਸੰਜੋਗ ਕਰਕੇ ਇਹ ਜੋ ਆਈ ਹੈ ਮੇਰੀ ਨਾਰ ਹੈ ਮੇਰੀ ਇਸਤਰੀ ਆ। ਸਿੱਖਣੀ ਗੁਰ ਤੂਰ। ਪਰ ਮਹਾਰਾਜ ਜੀ ਉਹ ਇਹ ਜੋ ਮੇਰੀ ਸਿੱਖਣੀ ਤੇ ਜੋ ਮੈਂ ਸਿੱਖਾਂ ਅਸੀਂ ਦੋਵੇਂ ਆਪ ਜੀ ਦੇ ਚਰਨ ਕਮਲਾਂ ਦੀ ਮਹਾਰਾਜ ਜੀ ਧੂੜ ਹਾਂ। ਭਾਈ ਸ੍ਰੀ ਮੁਖ ਤੇ ਫਰਮਾਨ ਕੀਨਾ। ਇਦਾਂ ਇਹ ਸਿੱਖ ਦੇ ਕੋਲੋਂ ਬਚਨ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਖੋਂ ਕਹਿਣ ਲੱਗੇ ਸਿੱਖਾ ਤੂੰ ਅਦਕ ਪ੍ਰਵੀਨਾ। ਮਹਾਰਾਜ ਕਹਿੰਦੇ ਸਿੱਖਾ ਸੁਣ ਤੂੰ ਬੜਾ ਹੀ ਸਿਆਣਾ ਹੈ ਪ੍ਰੰਤ ਤੋਂ ਕੋ ਸੁਧ ਕੋਈ। ਪਰ ਫੇਰ ਵੀ ਤੈਨੂੰ ਆਪਣੇ ਪੂਰਵ ਜਨਮ ਦੀ ਕੋਈ ਖਬਰ ਨਹੀਂ ਹੈਗਾ ਤੇ ਬੜਾ ਸਿਆਣਾ ਪਰ ਤੈਨੂੰ ਇਹ ਨਹੀਂ ਪਤਾ ਵੀ ਪਿਛਲਾ ਜਨਮ ਤੇਰਾ ਕਿਹੜਾ ਸੀ।
ਹੋਏ ਜਾਏਗੀ ਸੁਣੀਐ ਸੋਈ। ਪਰ ਕੋਈ ਨਹੀਂ, ਹੁਣ ਅਸੀਂ ਤੈਨੂੰ ਦੱਸਦੇ ਆ, ਜਦੋਂ ਦੱਸਾਂਗੇ ਤੇ ਤੈਨੂੰ ਆਪਣੇ ਪਿਛਲੇ ਜਨਮ ਦੀ ਸੁੱਧ ਹੋ ਜਾਵੇਗੀ। ਧਿਆਨ ਦੇ ਕੇ ਸੁਣਨਾ ਕਰ। ਪ੍ਰਥਮ ਜਨਮ ਕੋ ਭਗਤ ਕਬੀਰ। ਮਹਾਰਾਜ ਕਹਿੰਦੇ ਪਿਛਲੇ ਜਨਮ ਦੇ ਵਿੱਚ ਤੂੰ ਭਗਤ ਕਬੀਰ ਸਾਹਿਬ ਸੀ। ਤੂੰ ਭਗਤ ਕਬੀਰ ਦੇ ਰੂਪ ਵਿੱਚ ਸੰਸਾਰ ਵਿੱਚ ਆਇਆ। ਤੋ ਤੋਈ ਸਿਮਰਤਾਰ ਪੀਰ। ਤੇ ਕਹਿੰਦੇ ਵੀ ਤੂੰ ਹਰੀ ਪਰਮੇਸ਼ਰ ਦਾ ਸਿਮਰਨ ਕਰਦਾ ਹੁੰਦਾ ਸੀ ਬੜੇ ਧੀਰਜ ਦੇ ਨਾਲ। ਪ੍ਰੀਤ ਗਏ ਸਿਖਣੀ ਤੇ ਲੋਈ। ਇਹ ਜਿਹੜੀ ਹੁਣ ਸਿੱਖਣੀ ਹੈ ਨਾ, ਜਿਹੜੀ ਤੇਰੀ ਘਰ ਵਾਲੀ ਹੈ, ਜਦੋਂ ਤੂੰ ਕਬੀਰ ਦੇ ਰੂਪ ਦੇ ਵਿੱਚ ਸੀ, ਕਬੀਰ ਦੇ ਜਾਮੇ ਦੇ ਵਿੱਚ, ਉਸ ਵੇਲੇ ਕਹਿੰਦੇ ਇਹ ਜਿਹੜੀ ਸਿੱਖਣੀ ਹੈ ਇਹ ਤੇਰੀ ਘਰ ਵਾਲੀ, ਇਹਦਾ ਨਾਮ ਲੋਈ ਸੀ ਉਸ ਵੇਲੇ। ਇੱਕ ਦਿਨ ਕਹਿਓ ਸੁਨੋ ਮਨ ਸੋਈ। ਤੇ ਮਹਾਰਾਜ ਕਹਿੰਦੇ ਤੁਹਾਡਾ ਸਿੱਖ ਤੇ ਸਿੱਖਣੀ ਦੇ ਰੂਪ ਵਿੱਚ ਜਨਮ ਲੈਣ ਦਾ ਅਸੀਂ ਕਾਰਨ ਦੱਸਦੇ ਆ। ਕਹਿੰਦੇ ਇੱਕ ਦਿਨ ਦੀ ਗੱਲ ਹੈ, ਇਹ ਸਿੱਖਾ ਜਦੋਂ ਤੂੰ ਕਬੀਰ ਦੇ ਰੂਪ ਦੇ ਵਿੱਚ ਸਾਂ ਤੇ ਉਸ ਵੇਲੇ ਤੂੰ ਆਪਣੀ ਘਰ ਵਾਲੀ ਨੂੰ ਕਿਹਾ ਲੋਈ ਸੁਨੋ ਜਨਮ ਤੈ ਧਰਿਓ। ਵੀ ਇਹ ਲੋਈ ਤੂੰ ਇਹ ਜੋ ਮਨੁੱਖਾ ਜਨਮ ਤਾਂ ਧਾਰਨ ਕੀਤਾ ਹੈ, ਹੁਣ ਲਾਭ ਤੈ ਖਾਟਨ ਕਰਿਓ। ਤੇ ਮਹਾਰਾਜ ਕਹਿੰਦੇ ਜਦੋਂ ਸਿੱਖਾ ਤੂੰ ਕਬੀਰ ਰੂਪ ਵਿੱਚ ਸੀ ਨਾ, ਤਾਂ ਤੂੰ ਆਪਣੀ ਘਰ ਵਾਲੀ ਲੋਈ ਸੀ। ਜਦੋਂ ਇਹ ਜਿਹੜੀ ਸਿੱਖਣੀ, ਉਦੋਂ ਤੂੰ ਆਪਣੀ ਘਰ ਵਾਲੀ ਨੂੰ ਭਾਵ ਕੇ ਲੋਈ ਨੂੰ ਪੁੱਛਿਆ ਸੀ ਵੀ ਮਨੁੱਖਾ ਜਨਮ ਧਾਰ ਕੇ ਆ ਲੋਈ ਤੂੰ ਕੀ ਲਾਭ ਖੱਟਿਆ, ਤੂੰ ਜ਼ਿੰਦਗੀ ਦਾ ਕੀ ਫਾਇਦਾ ਕੀਤਾ। ਸੁਣ ਕੇ ਕਹਿਤ ਭਈ ਸੰਗ ਤੋਏ। ਤੇ ਤੇਰੇ ਕੋਲੋਂ ਸੁਣ ਕੇ ਜਿਹੜੀ ਸਿੱਖਣੀ ਜਦੋਂ ਲੋਈ ਦੇ ਰੂਪ ਦੇ ਵਿੱਚ ਸੀ ਤੇਰੀ ਘਰ ਵਾਲੀ, ਤਾਂ ਕਬੀਰ ਰੂਪ ਵਿੱਚ ਤੁਹਾਡੇ ਕੋਲੋਂ ਸੁਣ ਕੇ ਕਹਿਣ ਲੱਗੀ ਰੀਜ ਸੇਵਾ ਕੀ ਮੋਏ। ਉਸ ਵੇਲੇ ਲੋਈ ਨੇ ਕਿਹਾ ਸੀ ਵੀ ਇਹ ਸੁਆਮੀ ਕਬੀਰ ਜੀ, ਮੇਰੇ ਮਨ ਦੇ ਵਿੱਚ ਹਾਲਾਂ ਤਾਂ ਸੇਵਾ ਕਰਨ ਦੀ ਬੜੀ ਰੀਝ ਹੈ, ਵੀ ਦਿਲ ਕਰਦਾ ਵੀ ਸੇਵਾ ਕਰੀ ਜਾਵਾਂ। ਤਬ ਕਬੀਰ ਤ੍ਰਿਆ ਸਾਥ ਕਹੀ। ਤੇ ਤਦੋਂ ਮਹਾਰਾਜ ਕਹਿੰਦੇ ਇਹ ਸਿੱਖ, ਜਦੋਂ ਤੂੰ ਕਬੀਰ ਸੀ ਨਾ ਪਿਛਲੇ ਜਨਮ ਵਿੱਚ, ਤਾਂ ਆਪਣੀ ਘਰ ਵਾਲੀ ਲੋਈ ਨੂੰ ਏਦਾਂ ਕਿਹਾ ਸੁਣ ਕੇ ਵੀ ਜਿਹੜੀਆਂ ਘਰ ਵਾਲੀਆਂ ਪਤੀ ਵਰਤਾ ਇਸਤਰੀਆਂ ਹੁੰਦੀਆਂ ਨੇ, ਉਹਨਾਂ ਦਾ ਇਹ ਰਾਹ ਨਹੀਂ ਹੁੰਦਾ, ਉਹ ਆਪਣੀ ਮਨ ਦੀ ਮਰਜ਼ੀ ਨਹੀਂ ਕਰਦੀਆਂ ਹੁੰਦੀਆਂ। ਜੋ ਮਰਜ਼ੀ ਪਰਤਾ ਕੀ ਹੋਏ। ਜੋ ਪਤੀ ਵਰਤਾ ਔਰਤ ਹੈ, ਉਹਦੇ ਪਤੀ ਦੀ, ਉਹਦੇ ਘਰ ਵਾਲੇ ਦੀ ਜਿਹੜੀ ਵੀ ਕੋਈ ਮਰਜ਼ੀ, ਜੋ ਵੀ ਕੋਈ ਇੱਛਾ ਹੋਵੇ, ਜਦ ਭਾਰ ਜਾ ਧਾਰੈ ਸੋਏ। ਇਸਤਰੀ ਨੂੰ ਉਚਿਤ ਇਹੀ ਹੈ ਵੀ ਆਪਸੀ ਸਹਿਮਤੀ ਦੇ ਨਾਲ ਇੱਕ ਦੂਸਰੇ ਦੇ ਨਾਲ ਵਚਨ ਵਿਲਾਸ ਕਰੇ, ਆਪਣੀ ਮਨ ਮਰਜ਼ੀ ਨਾ ਕਰੇ। ਸੇਵਾ ਕਰਨ ਵਾਸਨਾ ਤੇਰੀ। ਤੇ ਸਾਹਿਬ ਜੀ ਕਹਿੰਦੇ ਉਦੋਂ ਫਿਰ ਕਬੀਰ ਸਾਹਿਬ ਜੀ ਨੇ ਆਖਿਆ ਸੀ ਵੀ ਇਹ ਲੋਈ, ਜੇ ਤੇਰੀ ਹਾਲੇ ਮਨ ਦੀ ਵਾਸ਼ਨਾ ਹੈ ਨਾ ਵੀ ਮੈਂ ਸੰਤਾਂ ਸੇ ਸਾਧੂਆਂ ਦੀ ਸਿੱਖਾਂ ਦੀ ਸੇਵਾ ਕਰਾਂ, ਜਨਮ ਧਰੋ ਪੁਨ ਜਗ ਇੱਕ ਮੇਰੀ। ਤੇ ਜਾ ਤੈਨੂੰ ਅਸੀਂ ਬਚਨ ਕਰਦੇ ਆ ਵੀ ਸੇਵਾ ਕਰਨ ਦੇ ਲਈ ਇੱਕ ਵਾਰ ਸੰਸਾਰ ਵਿੱਚ ਹੋਰ ਜਨਮ ਲੈ ਕੇ ਤੂੰ ਆਵੇਂਗੀ। ਖੱਤਰੀ ਜਨਮਿਓ ਤਿਸ ਕਾਲਾ। ਤੇ ਖੱਤਰੀਆਂ ਦੇ ਘਰ ਦੇ ਵਿੱਚ ਤੇਰਾ ਜਨਮ ਹੋਵੇਗਾ। ਹੋਏ ਸ੍ਰੀ ਨਾਨਕ ਪੰਥ ਵਿਸਾਲਾ। ਤੇ ਜਦੋਂ ਕਬੀਰ ਸਾਹਿਬ ਜੀ ਕਹਿੰਦੇ ਲੋਈ ਤੇਰਾ ਜਨਮ ਹੋਵੇਗਾ ਨਾ, ਉਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ ਬੜਾ ਪੰਥ ਪ੍ਰਗਟ ਹੋਵੇਗਾ ਸੰਸਾਰ ਵਿੱਚ। ਦਰਸੈ ਗੁਰ ਬਾਕ ਸੁਨੈ। ਤੇ ਮਹਾਰਾਜ ਕਹਿੰਦੇ ਸਿੱਖਾ, ਜਦੋਂ ਤੂੰ ਭਗਤ ਕਬੀਰ ਸਾਹਿਬ ਦੇ ਰੂਪ ਵਿੱਚ ਸੀ ਨਾ, ਉਦੋਂ ਤੂੰ ਇਹ ਆਪਣੀ ਘਰ ਵਾਲੀ ਸਿੱਖਣੀ ਨੂੰ ਕਿਹਾ ਜਿਹੜੀ ਲੋਈ ਦੇ ਰੂਪ ਵਿੱਚ ਸੀ ਵੀ ਤੇਰਾ ਜਨਮ ਹੋਵੇਗਾ। ਗੁਰੂ ਨਾਨਕ ਸਾਹਿਬ ਦੇ ਸਮੇਂ ਮਹਾਰਾਜ ਦੇ ਦਰਸ਼ਨ ਕਰੇਗੀ, ਗੁਰੂ ਸਾਹਿਬ ਜੀ ਦੇ ਬਚਨ ਬਾਣੀ ਸੁਣਿਆ ਕਰੇਗੀ ਤੋਂ ਨਵਦਾਰ ਸੇਵੇ ਹੋਏ ਜੈ। ਤੇ ਜਦੋਂ ਮਹਾਰਾਜ ਦੀ ਬਾਣੀ ਸੁਣੇਗੀ, ਸੇਵਾ ਕਰੇਗੀ, ਫੇਰ ਕਬੀਰ ਸਾਹਿਬ ਦੇ ਰੂਪ ਵਿੱਚ ਤੂੰ ਇਹਨੂੰ ਕਿਹਾ ਸੀ ਵੀ ਤੇਰਾ ਉਧਾਰ ਹੋ ਜਾਏਗਾ, ਤੇਰੀ ਮੁਕਤੀ ਹੋ ਜਾਵੇਗੀ। ਸੁਨ ਲੋਈ ਚਰਨਨ ਪਰ ਪਰੀ। ਤੇ ਦਸਮ ਪਾਤਸ਼ਾਹ ਕਹਿੰਦੇ ਜਦੋਂ ਤੁਸੀਂ ਕਬੀਰ ਜੀ ਦੇ ਰੂਪ ਦੇ ਵਿੱਚ ਇਦਾਂ ਬਚਨ ਕਿਹਾ, ਤਾਂ ਜਿਹੜੀ ਲੋਈ ਸੀ ਤੁਹਾਡੇ ਘਰੋਂ, ਉਹ ਸੁਣ ਕੇ ਤੁਹਾਡੇ ਚਰਨੀ ਪੈ ਗਈ, ਪੈਰ ਫੜ ਲਏ। ਨਾ ਹੋਏ ਤਬ ਮਿਹਨਤੀ ਕਰੀ। ਤੇ ਬੜੀ ਦੀਨ ਨਿਮਰਤਾ ਦੇ ਨਾਲ ਮਾਈ ਲੋਈ ਨੇ ਕਬੀਰ ਸਾਹਿਬ ਦੇ ਅੱਗੇ ਬੇਨਤੀ ਕੀਤੀ ਵੀ ਦਾਸੀ ਕੋ ਮਤ ਤਿਆਗੋ। ਵੀ ਹੇ ਕਬੀਰ ਸਾਹਿਬ ਜੀ, ਸੇਵਾ ਕਰਨ ਦੀ ਤਾਂ ਮੇਰੀ ਭਾਵਨਾ ਹੈ, ਪਰ ਮੈਨੂੰ ਏਦਾਂ ਕੱਲੀ ਨੂੰ ਨਾ ਛੱਡੋ। ਮੈਂ ਤੁਹਾਡੇ ਚਰਨਾਂ ਦੀ ਦਾਸੀ ਬਣ ਕੇ ਹੀ ਸਾਧੂਆਂ ਸੰਤਾਂ ਦੀ ਸੇਵਾ ਕਰਨੀ ਚਾਹੁੰਦੀ ਹਾਂ। ਤੁਮ ਵੀ ਦਾਸੀ ਕੋ ਮਤ ਤਿਆਗੋ, ਵੀ ਮੈਂ ਤੁਹਾਡੀ ਦਾਸੀ ਹਾਂ, ਤੁਸੀਂ ਮੇਰਾ ਤਿਆਗ ਨਾ ਕਰੋ। ਮੇਰੀ ਪ੍ਰੀਤ
ਪ੍ਰੀਤ ਦੇਖ ਅਨੁਰਾਗੋ। ਆ ਮੇਰੀ ਪ੍ਰੀਤੀ ਵੇਖ ਕੇ, ਮੇਰਾ ਪ੍ਰੇਮ ਵੇਖ ਕੇ ਤੁਸੀਂ ਵੀ ਮੇਰੇ ਦੇ ਨਾਲ ਪ੍ਰੇਮ ਕਰੋ, ਪ੍ਰਸੰਨ ਹੋਵੋ। ਕਹਿਓ ਕਬੀਰ ਸਾਧਨੀ ਸੁਣੀਏ। ਤੇ ਭਗਤ ਕਬੀਰ ਸਾਹਿਬ ਜੀ ਨੇ ਉਸ ਵੇਲੇ ਲੋਈ ਦੇ ਕੋਲੋਂ ਆਪਣੇ ਘਰ ਵਾਲੀ ਕੋ ਸੁਣ ਕੇ ਕਹਿਣ ਲੱਗੇ, ਹੇ ਸਾਧੂ ਸੰਤਾਂ ਦੀ ਸੇਵਾ ਕਰਨ ਵਾਲੀ ਇਹ ਸਾਧਨੀ ਏ। ਸੇਵਾ ਕਰਨੀ ਭਲ ਜਨੀ। ਸਾਡਾ ਬਚਨ ਸੁਣ ਵੀ ਜਿਹੜੀ ਸੇਵਾ ਕਰਨੀ ਹੈ ਨਾ ਸਾਧੂਆਂ ਸੰਤਾਂ ਦੀ, ਇਹ ਸਭ ਤੋਂ ਭਲੀ ਤੇ ਚੰਗੀ ਕਰਕੇ ਜਾਣਨਾ ਕਰ। ਭਈ ਭਾਵਨਾ ਜੇ ਹਿੰਮਤ ਹੋਈ। ਤੇ ਅਸੀਂ ਤੈਨੂੰ ਤਾਈਓ ਇਹ ਵਰ ਦਿੱਤਾ ਹੈ ਵੀ ਤੇਰਾ ਜਨਮ ਇੱਕ ਹੋਰ ਹੋਵੇਗਾ ਸੇਵਾ ਕਰਨ ਦੇ ਲਈ। ਪਰ ਜੇ ਤੂੰ ਇਹ ਚਾਹੁੰਦੀ ਆ ਨਾ ਵੀ ਮੈਂ ਕੱਲੀ ਨਾ ਆਵਾਂ ਤੇ ਅਸੀਂ ਵੀ ਤੇਰੇ ਨਾਲ ਹੀ ਆਈਏ, ਜੇ ਤੇਰੇ ਦਿਲ ਦੀ ਇਹ ਭਾਵਨਾ ਹੈ। ਜਨਮ ਹੋਏ ਤੇਰੇ ਸੰਗ ਮੋਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰੇ ਨਾਲ ਹੈ ਲੋਈ ਸਾਡਾ ਵੀ ਜਨਮ ਸਿੱਖਾਂ ਦੇ ਘਰ ਵਿੱਚ ਹੋਵੇਗਾ। ਸਾਧ ਸੰਗਤ ਸੰਤਾਂ ਭਗਤਾਂ ਨੂੰ ਦੁਬਾਰਾ ਜਨਮ ਚਾਉਣ ਦੀ ਲੋੜ ਨਹੀਂ ਪੈਂਦੀ, ਪਰ ਸੰਸਾਰ ਦੀ ਕਲਿਆਣ ਦੇ ਲਈ ਆਪਣੀ ਮਰਜ਼ੀ ਨਾਲ ਆ ਜਾਂਦੇ ਨੇ। ਆਮ ਲੋਕ ਕਰਮਾਂ ਦੇ ਵੱਧੇ ਜਨਮਾਂ ਚ ਆਉਂਦੇ ਨੇ ਤੇ ਸੰਤ ਭਗਤ ਜਦੋਂ ਚਿੱਤ ਕਰੇ ਜਗਤ ਦੀ ਕਲਿਆਣ ਨਾਲ ਕਰਨ ਦੇ ਲਈ ਆਪਣੀ ਮਰਜ਼ੀ ਨਾਲ ਆਉਂਦੇ ਨੇ। ਇਹ ਉਹੀ ਭਾਵਨਾ ਪ੍ਰਗਟ ਹੋ ਰਹੀ। ਮਹਾਰਾਜ ਸਾਹਿਬ ਕਹਿੰਦੇ ਹੈ ਸਿੱਖਾ, ਜਦੋਂ ਤੁਸੀਂ ਕਬੀਰ ਸਾਹਿਬ ਦੇ ਰੂਪ ਵਿੱਚ ਸੀ ਨਾ, ਉਦੋਂ ਇਹ ਲੋਈ ਤੁਹਾਡੀ ਘਰਵਾਲੀ ਦੇ ਬੇਨਤੀ ਕਰਨ ਤੇ ਤੁਸੀਂ ਕਿਹਾ ਸੀ ਵੀ ਜਦੋਂ ਤੁਸੀਂ ਸਿੱਖਾਂ ਦੇ ਘਰ ਵਿੱਚ ਆਓਗੇ ਉਦੋਂ ਮੈਂ ਵੀ ਜਨਮ ਲੈ ਕੇ ਸੰਸਾਰ ਵਿੱਚ ਆਵਾਂਗਾ ਤੇਰੇ ਨਾਲ। ਜਨਮ ਤਰਿਓ ਦੋ ਦੋਈ। ਇਸ ਤਰ੍ਹਾਂ ਕਹਿ ਕੇ ਜਦੋਂ ਸਮਾਂ ਮਹਾਰਾਜ ਕਹਿੰਦੇ ਪੂਰਾ ਹੋਇਆ ਤੇ ਸਮਾਂ ਪਾ ਕੇ ਤੁਸੀਂ ਦੋਵਾਂ ਨੇ ਸਿੱਖ ਤੇ ਸਿੱਖਣੀ ਦੇ ਰੂਪ ਦੇ ਵਿੱਚ ਸਿੱਖਾਂ ਦੇ ਘਰ ਵਿੱਚ ਜਨਮ ਲਿਆ। ਗੁਰਮੁਖੀ ਸੁਧ ਰਹੀ ਨਾ ਕੋਈ। ਤੇ ਜਨਮ ਲੈਣ ਤੋਂ ਬਾਅਦ ਤੁਹਾਨੂੰ ਜਿਹੜੇ ਪੂਰਬਲੇ ਜਨਮ ਦੀ ਆਪਣੀ ਕੋਈ ਖਬਰ ਸਾਰ ਨਾ ਰਹੀ ਵੀ ਅਸੀਂ ਕੌਣ ਆ ਤੇ ਕਿੱਥੋਂ ਆਏ ਹਾਂ। ਕਹਿਓ ਕਿ ਸਮਾਂ ਪੂਰਬ ਤੇਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਹੇ ਗੁਰਸਿੱਖਾ, ਜਿਹੜਾ ਤੇਰਾ ਪੂਰਬਲੇ ਜਨਮ ਦਾ ਸਮਾਂ ਹੈ, ਜਿਹੜਾ ਤੇਰੀ ਘਰਵਾਲੀ ਦਾ ਪੂਰਬਲੇ ਜਨਮ ਦਾ ਸਮਾਂ ਹੈ, ਔਰ ਬਿਨ ਜਾਗੇ ਇਸ ਮੇਰਾ। ਉਹ ਗੁਰੂ ਸਾਹਿਬ ਤੋਂ ਬਗੈਰ ਨਹੀਂ ਜਾਗਦਾ। ਇਸ ਵੇਲੇ ਹੁਣ ਤੁਸੀਂ ਸਾਡੀ ਸ਼ਰਨ ਆ ਗਏ, ਉਹ ਤੁਹਾਨੂੰ ਪਿਛਲੇ ਜਨਮ ਦਾ ਵੀ ਗਿਆਨ ਕਰਾ ਦਿੰਦੇ ਹਾਂ। ਇਤਨੋ ਕਹਿ ਗੁਰ ਕੀਨ ਪ੍ਰਸਾਦ। ਇਹਦਾ ਵਚਨ ਕਰਕੇ ਪਿਛਲਾ ਜਨਮ ਦੱਸ ਕੇ ਵੀ ਤੁਸੀਂ ਪਿਛਲੇ ਜਨਮ ਦੇ ਵਿੱਚ ਕਬੀਰ ਸਾਹਿਬ ਦੇ ਮਾਈ ਲੋਈ ਦੇ ਰੂਪ ਦੇ ਵਿੱਚ ਸੀ ਤੇ ਹੁਣ ਉਹਨਾਂ ਦਾ ਹੀ ਅਵਤਾਰ ਸਿੱਖਾਂ ਦੇ ਘਰ ਜਨਮ ਲਿਆ ਹੈ। ਇਹ ਤਾਂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਕਿਰਪਾ ਕੀਤੀ। ਇਸ ਕਰ ਦੀਨ ਕਰਾ ਪ੍ਰਸਾਦ। ਕਰਾ ਪ੍ਰਸਾਦ ਦੀ ਦੇਖ ਬੜੇ ਪਿਆਰ ਨਾਲ ਆਪਣੇ ਹੱਥਾਂ 'ਚ ਲੈ ਕੇ ਮਹਾਰਾਜ ਜੀ ਨੇ ਉਹ ਸਿੱਖ ਤੇ ਸਿੱਖਣੀ ਨੂੰ ਦੇ ਦਿੱਤੀ ਜੋ ਕਬੀਰ ਸਾਹਿਬ ਦੇ ਲੋਈ ਦਾ ਅਵਤਾਰ ਆਏ ਸਨ। ਸਿੱਖ ਸਿੱਖਣੀ ਮੁਖ ਪਾਵਨ ਕੀਨਾ। ਸਿੱਖ ਤੇ ਸਿੱਖਣੀ ਨੇ ਪ੍ਰਸਾਦ ਲੈ ਕੇ ਤੋਂ ਆਪਣੇ ਮੁਖ ਦੇ ਵਿੱਚ ਪਾਇਆ ਛਕਿਆ। ਉਲਕ ਪਾਠ ਠਾਠ ਨਵੀਨਾ। ਮਹਾਰਾਜ ਨੇ ਪ੍ਰਸਾਦ ਦੇ ਬਹਾਨੇ ਐਸੀ ਕਿਰਪਾ ਕੀਤੀ ਵੀ ਇਹਨਾਂ ਦੇ ਕਪਾਟ ਖੁੱਲ ਗਏ। ਕਪਾਟ ਹੁੰਦੇ ਵੀ ਜਿਵੇਂ ਤਖਤੇ ਵੱਜੇ ਹੋਣ ਤੇ ਦਰਵਾਜ਼ਾ ਖੋਲ ਦਈਏ ਤੇ ਕੋਠੇ ਦੇ ਅੰਦਰ ਵੜ ਜਾਈਦਾ, ਇਵੇਂ ਦੋਵਾਂ ਸਿੱਖ ਦੇ ਸਿੱਖਣੀ ਦੇ ਕਪਾਟ ਖੁੱਲ ਗਏ। ਭਾਵ ਕਿ ਇਹਨਾਂ ਨੂੰ ਜਨਮਾਂ ਜਨਮਾਂਤਰਾਂ ਦੀ ਸੋਝੀ ਹੋ ਆਈ। ਇਤਨੋ ਕਹਿ ਗੁਰ ਕੀਨ ਪ੍ਰਸਾਦ। ਨਹੀਂ ਜਾਗਿਓ ਬੋਧ। ਜਾਗਿਓ ਬੋਧ ਸਕਲ ਸੁਧ ਆਈ। ਮਹਾਰਾਜ ਦੀ ਕਿਰਪਾ ਨਾਲ ਜਦੋਂ ਕਪਾੜ ਖੁੱਲੇ ਤੇ ਦੋਵਾਂ ਨੂੰ ਕਹਿੰਦੇ ਵੀ ਬੋਧ ਹੋ ਗਿਆ, ਗਿਆਨ ਜਾਗ ਪਿਆ, ਸਾਰੀ ਪਿਛਲੇ ਜਨਮ ਦੀ ਸੁਧ ਸਾਰ ਹੋ ਆਈ। ਜਿਮ ਜਿਮ ਬੀਤੀ ਮਤ ਬਿਸਮਾਈ। ਜਿਵੇਂ ਜਿਵੇਂ ਕਹਿੰਦੇ ਪਿਛਲਾ ਜਨਮ ਬੀਤਿਆ ਕਬੀਰ ਰੂਪ ਦੇ ਵਿੱਚ, ਲੋਈ ਰੂਪ ਦੇ ਵਿੱਚ ਜਿਵੇਂ ਸੇਵਾ ਕਰਦੇ ਰਹੇ, ਜਿਵੇਂ ਜਿਵੇਂ ਸਾਰੇ ਕੌਤਕ ਹੋਏ, ਉਹ ਸਾਰਾ ਹੀ ਧਿਆਨ ਇਹਨਾਂ ਦੇ ਅੰਦਰ ਜਾਗ ਪਿਆ। ਸਭ ਕੁਝ ਇਹਨਾਂ ਨੇ ਆਪਣੇ ਖਿਆਲ ਵਿੱਚ ਵੇਖ ਲਿਆ, ਜਿਸ ਕਰਕੇ ਬੜੇ ਅਚਰਜ ਹੁੰਦੇ ਹਨ ਵੀ ਆਹ ਨਾ ਮਹਾਰਾਜ ਸਾਹਿਬ ਨੇ ਬਹੁਤੀ ਕਿਰਪਾ ਕੀਤੀ ਵੀ ਪਿਛਲਾ ਜਨਮ ਵੀ ਵਿਖਾ ਦਿੱਤਾ ਸਾਡਾ। ਬੋਲੇ ਆਤ ਜੋਰ ਮੁਖ ਜੋਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਫਿਰ ਦੋਵੇਂ ਜਾਣੇ ਹੱਥ ਜੋੜ ਕਰਕੇ ਬੋਲੇ ਹਨ ਤੇ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਹਮ ਪ੍ਰਤ ਬਾਕ ਆਪ ਕੋ ਵੈ। ਭਗਤ ਕਬੀਰ ਤੇ ਮਾਈ ਲੋਈ ਦਾ ਅਵਤਾਰ ਸਿੱਖ ਸਿੱਖਣੀ ਕਹਿਣ ਲੱਗੇ, ਬਾਦਸ਼ਾਹ ਜਿੱਥੇ ਇੰਨੀ ਕਿਰਪਾ ਕੀਤੀ ਹੈ, ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰੀਏ? ਸਾਡੇ ਤੇ ਤੁਹਾਡਾ ਕੋਈ ਹੁਕਮ ਹੋਵੇ, ਸਾਡੇ ਲਈ ਕੋਈ ਤੁਹਾਡੀ ਮਹਾਰਾਜ ਸਿੱਖਿਆ ਹੋਵੇ ਤਾਂ ਕਹੋ। ਕਰੀ ਬੀੜ ਗ੍ਰੰਥ ਸਾਹਿਬ ਜਪੈ। ਕੀਰਤਨ ਸਾਹਿਬ ਕਹਿਣ ਲੱਗੇ ਵੀ ਇਹ ਸਿੱਖ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ
ਜਸ ਤੁਮ ਤਵੈ ਤੇ ਉਸ ਵੇਲੇ ਜਿਹੜੀ ਭਗਤ ਬਾਣੀ ਸੀ ਉਹ ਭਗਤ ਬਾਣੀ ਲਿਖਾਉਣ ਦੇ ਵਾਸਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਸੀ ਮਹਾਰਾਜ ਸਾਨੂੰ ਭਗਤਾਂ ਦੇ ਦਰਸ਼ਨ ਕਰਾਓ। ਤੇ ਉਹਨਾਂ ਦੀ ਭਾਵਨਾ ਪੂਰੀ ਕਰਨ ਦੇ ਲਈ ਗੁਰੂ ਅਰਜਨ ਸਾਹਿਬ ਦੇ ਹੁਕਮ ਦੇ ਨਾਲ ਤੁਸੀਂ ਬਦੇਵ ਰੂਪ ਦੇ ਵਿੱਚ ਪ੍ਰਗਟ ਹੋਏ ਸੀ। ਭਾਵ ਕੇ ਸੂਖਮ ਸਰੂਪ ਲੈ ਕੇ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਏ ਸੋ ਆਵੇ ਸੰਦੇਸ਼ ਸਹਿਤ ਹੋਏ ਆਏ। ਉਹ ਕਹਿੰਦੇ ਸੂਖਮ ਰੂਪ ਦੇ ਵਿੱਚ ਤੁਸੀਂ ਸਾਰੇ ਭਗਤਾਂ ਦੇ ਸਮੇਤ ਕਬੀਰ ਜੀ ਆ ਕੇ ਦਰਸ਼ਨ ਦਿੰਦੇ ਸਨ ਅੰਮ੍ਰਿਤਸਰ ਸਾਹਿਬ। ਤੇ ਹੁਣ ਤੁਸੀਂ ਇਹ ਦੇਹ ਧਾਰ ਕੇ ਮਨੁੱਖਾ ਜਨਮ ਦੇ ਰੂਪ ਦੇ ਵਿੱਚ ਸਿੱਖ ਤੇ ਸਿੱਖਣੀ ਦੇ ਰੂਪ ਵਿੱਚ ਸਿੱਖਾਂ ਦੇ ਘਰ ਆਏ ਹੋ। ਪੂਰਬ ਬਾਣੀ ਦਿਓ ਸੁਨਾਏ। ਤੇ ਸਾਡਾ ਹੁਕਮ ਕੀ ਹੈ? ਅਸੀਂ ਤਾਂ ਇਹੀ ਕਹਿੰਦੇ ਵੀ ਜਿਹੜੀ ਪੂਰਬਲੇ ਜਨਮ ਵਿੱਚ ਤੁਸੀਂ ਭਗਤ ਕਬੀਰ ਰੂਪ ਜਨਮ ਦੇ ਵਿੱਚ ਬਾਣੀ ਉਚਾਰੀ ਆ ਨਾ ਉਹ ਸਾਨੂੰ ਤੇ ਸਾਰੀ ਸੰਗਤ ਨੂੰ ਸੁਣਾ ਦਿਓ। ਜਿਸ ਕੋ ਸੁਨ ਕਰ ਸੰਗਤ ਪ੍ਰੀਤ। ਜਿਸ ਬਾਣੀ ਨੂੰ ਸੁਣ ਕੇ ਆ ਸਾਰੀਆਂ ਸੰਗਤਾਂ ਦਾ ਗੁਰੂ ਪਾਤਸ਼ਾਹ ਨਾਲ ਪਿਆਰ ਲੱਗੇ, ਇਹਨਾਂ ਨੂੰ ਵੀ ਪ੍ਰਤੀਤੀ ਭਰੋਸਾ ਆ ਜਾਵੇ ਵੀ ਤੁਸੀਂ ਵਾਕਈ ਭਗਤ ਕਬੀਰ ਸੀ ਪਿਛਲੇ ਜਨਮ ਵਿੱਚ। ਆਏ ਸਰਬ ਕੇ ਹਿਰਦੇ ਪ੍ਰਤੀਤ। ਤੇ ਸਾਰਿਆਂ ਦੇ ਦਿਲ ਵਿੱਚ ਭਰੋਸਾ ਆ ਜਾਵੇ, ਗੁਰੂ ਘਰ ਦੇ ਨਾਲ ਪ੍ਰੇਮ ਜਾਗੇ, ਤੁਹਾਡੇ ਦੇ ਭਰੋਸਾ ਹੋਵੇ ਵੀ ਵਾਕਿਆ ਤੁਸੀਂ ਕਬੀਰ ਦਾ ਅਵਤਾਰ ਆਏ ਹੋ। ਤਬ ਕਬੀਰ ਗਨ ਸ਼ਬਦ ਸੁਨਾਏ। ਉਸ ਵੇਲੇ ਭਗਤ ਕਬੀਰ ਸਾਹਿਬ ਜੀ ਦਾ ਅਵਤਾਰ ਜਿਹੜਾ ਸਿੱਖ ਰੂਪ ਵਿੱਚ ਮਹਾਰਾਜ ਦੇ ਅੱਗੇ ਖਲੋਤਾ ਹੈ, ਗੁਰਾਂ ਦਾ ਹੁਕਮ ਮੰਨ ਕੇ ਜੋ ਭਗਤ ਕਬੀਰ ਸਾਹਿਬ ਨੇ ਬਾਣੀ ਉਚਾਰੀ ਉਹ ਸਾਰੇ ਸ਼ਬਦ ਸੁਣਾ ਦਿੱਤੇ ਬੋਲ ਕੇ। ਜਨਮ ਪ੍ਰਥਮ ਕੇ ਜਥਾ ਬਨਾਏ। ਪਿਛਲੇ ਜਨਮ ਦੇ ਵਿੱਚ ਜਦੋਂ ਭਗਤ ਕਬੀਰ ਦੇ ਰੂਪ ਵਿੱਚ ਸਨ, ਜਿਵੇਂ ਜਿਵੇਂ ਬਾਣੀ ਉਚਾਰੀ, ਜਿਵੇਂ ਜਿਵੇਂ ਸ਼ਲੋਕ ਉਚਾਰੇ ਉਹ ਸਾਰੇ ਸੁਣਾਏ ਮਹਾਰਾਜ ਨੂੰ ਸੰਗਤ ਨੂੰ। ਭੋਗ ਪਾਏ ਕਰ ਸੀਸ ਨਵਾਇਓ। ਜਦੋਂ ਸਾਰੇ ਸ਼ਬਦਾਂ ਦਾ ਭੋਗ ਪਾਇਆ ਤਾਂ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ, ਸਿਰ ਝੁਕਾਇਆ। ਸ੍ਰੀ ਮੁਖ ਤੇ ਤਬ ਇਹ ਫਰਮਾਇਓ। ਬਾਣੀ ਸੁਣ ਕੇ ਭਗਤ ਕਬੀਰ ਸਾਹਿਬ ਜੀ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਖੋਂ ਕਹਿਣ ਲੱਗੇ, ਸਭ ਭਗਤਨ ਸਰਦਾਰ ਕਬੀਰ। ਪਾਤਸ਼ਾਹ ਕਹਿੰਦੇ ਇਹ ਖਾਲਸਾ ਜੀ ਇਹ ਸੰਗਤੋ ਸੁਣੋ, ਸਾਰੇ ਹੀ ਭਗਤ ਚੰਗੇ ਨੇ ਪਰ ਸਭ ਭਗਤਾਂ ਤੋਂ ਸਰਦਾਰ ਉਹਨਾਂ ਦਾ ਭਗਤ ਕਬੀਰ ਹੈ, ਸ਼੍ਰੋਮਣੀ ਭਗਤ। ਰਚਿਓ ਗੁਰੂ ਕੀਆ ਪੰਥ ਗਹੀਰ। ਤੇ ਨਾਲ ਹੀ ਫਿਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਗੁਰੂ ਕਿਆਂ ਨੇ ਬੜਾ ਭਾਰੀ ਇਹ ਜਿਹੜਾ ਖਾਲਸਾ ਪੰਥ ਰਚਿਆ ਹੈ। ਅਬ ਸਿੱਖਨ ਕਰ ਜਨਮੋ ਜਾਏ ਸੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਸਾਰੇ ਭਗਤਾਂ ਨੂੰ ਵੀ ਤੁਸੀਂ ਸਿੱਖ ਬਣ ਕੇ ਆਓ ਇੱਕ ਵਾਰ ਸਿੱਖਾਂ ਦੇ ਘਰ ਦੇ ਵਿੱਚ। ਤੇ ਉਸ ਵੇਲੇ ਮਹਾਰਾਜ ਸਾਹਿਬ ਦੇ ਹੁਕਮ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਅਬ ਸਿੱਖਨ ਕਰ ਜਨਮੋ ਜਾਏ ਸੋ। ਜਿਹੜਾ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਨਾ ਸਮੂਹ ਭਗਤਾਂ ਨੂੰ ਵੀ ਗੁਰੂ ਕਿਆ ਨੇ ਖਾਲਸਾ ਪੰਥ ਰਚਣਾ ਜਦੋਂ, ਉਦੋਂ ਸਾਰੇ ਹੀ ਤੁਸੀਂ ਭਗਤੋ ਸਿੱਖਾਂ ਦੇ ਘਰ ਦੇ ਵਿੱਚ ਜਾ ਕੇ ਜਨਮ ਲਿਓ। ਧਰਮ ਰਖਨ ਹਿਤ ਬੇਖ ਬਨਾਏ ਸੋ। ਤੇ ਧਰਮ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਵਾਸਤੇ ਗੁਰ ਸਿੱਖਾਂ ਵਾਲਾ ਲਿਬਾਸ, ਗੁਰ ਸਿੱਖਾਂ ਵਾਲਾ ਸਰੂਪ ਆਪਣਾ ਬਣਾਉਣਾ ਕਰੋ। ਕਲ ਯੁਗ ਕੋ ਕਰਬੋ ਨਿਰਭਉ। ਕਲਯੁਗ ਦੇ ਵਿੱਚ ਧਰਮ ਦੀ ਮਰਿਆਦਾ ਕਾਇਮ ਰਹੇ, ਸੰਸਾਰ ਦੀ ਕਲਿਆਣ ਹੋਵੇ। ਉਤਰੋ ਸਿੱਖਨ ਕੇ ਕਰ ਮਾਉ। ਇਹ ਗੁਰੂ ਅਰਜਨ ਦੇਵ ਸਾਹਿਬ ਨੇ ਇਸ ਕਰਕੇ ਕਿਹਾ ਸੀ ਸਾਰੇ ਭਗਤ ਜਦੋਂ ਆਏ ਸੀ ਅੰਮ੍ਰਿਤਸਰ ਸਾਹਿਬ ਵੀ ਤੁਸੀਂ ਸਿੱਖਾਂ ਦੇ ਘਰ ਵਿੱਚ ਜਨਮ ਲਵੋ। ਸੁਣ ਪ੍ਰਭ ਤੇ ਸਿੱਖ ਸਿੱਖਣੀ ਜਾਗੇ। ਇਹ ਤਾਂ ਕਲਗੀਧਰ ਸਾਹਿਬ ਜੀ ਨੇ ਸਾਰੀ ਗੱਲ ਦੱਸੀ ਵੀ ਤੁਸੀਂ ਵੀ ਸਿੱਖ ਰੂਪ ਦੇ ਵਿੱਚ ਜੋ ਹੋ ਕਬੀਰ ਜੀ ਦਾ ਤੇ ਲੋਈ ਜੀ ਦਾ ਅਵਤਾਰ ਹੋ। ਫਿਰ ਮਹਾਰਾਜ ਨੇ ਦੱਸਿਆ ਵੀ ਹੋਰ ਵੀ ਭਗਤ ਜਨਮ ਲੈ ਕੇ ਸਿੱਖ ਸਰੂਪ ਵਿੱਚ ਆਏ ਨੇ। ਜਿਵੇਂ ਭਗਤ ਧੰਨੇ ਦਾ ਅਵਤਾਰ ਜਿਹੜਾ ਭਗਤ ਭਾਈ ਪਿਆਰੇ ਧਰਮ ਸਿੰਘ ਜੀ ਨੂੰ ਕਿਹਾ ਜਾਂਦਾ ਹੈ, ਸੋ ਇਸ ਤਰ੍ਹਾਂ ਸੈਣ ਜੀ ਦਾ ਅਵਤਾਰ, ਇਹ ਸਾਰੇ ਜਿਹੜੇ ਭਗਤ ਪੁਰਾਣੇ ਸਮਿਆਂ ਦੇ ਵਿੱਚ ਹੋਏ ਹਨ ਉਹਨਾਂ ਦੇ ਜਿਹੜੇ ਅਵਤਾਰ ਹਨ ਉਹ ਅੱਗੇ ਜਿਹੜੇ ਮਹਾਰਾਜ ਦੇ ਤਿਆਰ ਸਿੰਘ ਨੇ ਉਹ ਭਗਤੀ ਅਵਤਾਰ ਲੈ ਕੇ ਆਏ ਨੇ। ਇਹ ਕਲਗੀਧਰ ਸਾਹਿਬ ਜੀ ਕਹਿੰਦੇ ਪੰਜਵੇਂ ਪਾਤਸ਼ਾਹ ਦਾ ਹੁਕਮ ਹੀ ਏਦਾਂ ਸੀ। ਇਹ ਜਦੋਂ ਮਹਾਰਾਜ ਕੋਲੋਂ ਸਿੱਖ ਤੇ ਸਿੱਖਣੀ ਨੇ ਬਚਨ ਸੁਣਿਆ, ਮਹਾਰਾਜ ਦੀ ਕਿਰਪਾ ਨਾਲ ਜਦੋਂ ਗਿਆਨ ਅਵਸਥਾ ਵਿੱਚ ਜਾਗ ਪਏ, ਆਪਣਾ ਕਬੀਰ ਤੇ ਲੋਈ ਦਾ ਜਨਮ ਇਹਨਾਂ ਨੇ ਵੇਖ ਲਿਆ ਸਾਰਾ। ਗਮਨੇ ਸਦਨ ਜੋਗ ਕੋ ਲਾਗੇ। ਮਹਾਰਾਜ ਸਾਹਿਬ ਦੀ ਕਿਰਪਾ ਕਰ ਪ੍ਰਾਪਤ ਕਰਕੇ ਦਰਸ਼ਨ ਕਰਕੇ ਆਪਣੇ ਘਰੇ ਗਏ ਤੇ ਜਾ ਕੇ ਸੇਵਾ ਦੇ ਵਿੱਚ ਵਾਹਿਗੁਰੂ ਦੇ ਵਿੱਚ ਜੁੜੇ ਰਹੇ।
ਮਾਨਿਓ ਬਚਨ ਭਗਤ ਇਸ ਸਮੁਦਾਏ ਤਰ੍ਹਾਂ ਕਵੀ ਜੀ ਕਹਿੰਦੇ ਸਾਰੇ ਭਗਤਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਮੰਨਿਆ। ਸਿੱਖਨ ਕਰੇ ਜਨਮ ਧਰ ਆਏ ਸਾਰੇ ਗੁਰੂ ਸਿੱਖਾਂ ਦੇ ਘਰ ਦੇ ਵਿੱਚ ਜਨਮ ਲੈ ਕੇ ਸੰਸਾਰ ਵਿੱਚ ਭਗਤ ਆ ਗਏ ਜਗਤ ਦੀ ਕਲਿਆਣ ਵਾਸਤੇ। ਇੱਕ ਗੱਲ ਫੇਰ ਜਿਵੇਂ ਪਹਿਲਾਂ ਵੀ ਕਹੀ ਦੁਹਰਾਈਏ ਕਿ ਲੋਕ ਜਨਮ ਲੈਂਦੇ ਨੇ ਵਾਰ-ਵਾਰ ਲੇਖਾ ਦੇਣ ਦੇ ਲਈ, ਸੰਤ ਭਗਤ ਵਾਰ-ਵਾਰ ਜਨਮ ਲੈਂਦੇ ਨੇ ਆਪਣੀ ਮਰਜ਼ੀ ਨਾਲ ਜਗਤ ਦਾ ਭਲਾ ਕਰਨ ਦੇ ਲਈ। ਤੇ ਗੁਰੂ ਅਰਜਨ ਸਾਹਿਬ ਜੀ ਦੇ ਹੁਕਮ ਦੇ ਨਾਲ ਸਾਰੇ ਭਗਤ ਕਹਿੰਦੇ ਵੀ ਸੰਸਾਰ ਵਿੱਚ ਆਏ। ਪੰਥ ਬਿਕੇ ਹੋਏ ਸੇਵਾ ਸਿੱਖਾਂ ਦੇ ਲਾਗੇ ਘਰ ਜਨਮ ਲਿਆ, ਅੰਮ੍ਰਿਤ ਛਕਿਆ ਤੇ ਖਾਲਸੇ ਪੰਥ ਦੀ ਸੇਵਾ ਕਰਨ ਲੱਗ ਪਏ। ਤੁਰਕਨ ਸੰਗ ਜੰਗ ਮੈਂ ਜਾਗੇ ਉਹ ਮਾਲਾ ਫੜੀ ਸੀ ਪਿਛਲੇ ਜਨਮ ਜੋ ਮਾਲਾ ਲਾਂਭੇ ਰੱਖਦੀ ਸ੍ਰੀ ਸਾਹਿਬ ਗਾਦਰੇ ਧਾਰਨ ਕਰਕੇ ਤੇ ਭਗਤਾਂ ਨੇ ਕਹਿੰਦੇ ਤੁਰਕਾਂ ਦੇ ਨਾਲ ਜੰਗ ਯੁੱਧ ਕੀਤੇ। ਭਇਓ ਖਾਲਸਾ ਤੇਜ ਵਿਸਾਲਾ ਇਸ ਤਰ੍ਹਾਂ ਖਾਲਸੇ ਪੰਥ ਦਾ ਬੜਾ ਭਾਰੀ ਤੇਜ ਪ੍ਰਤਾਪ ਪ੍ਰਗਟ ਹੋ ਗਿਆ ਕਿਉਂਕਿ ਵੱਡੀ ਕਮਾਈ ਵਾਲੇ ਜਿਹੜੇ ਭਗਤ ਸੀ ਉਹ ਵੀ ਖਾਲਸੇ ਦੇ ਰੂਪ ਵਿੱਚ ਆ ਕੇ ਪ੍ਰਗਟ ਹੋ ਗਏ। ਇਸ ਆਕਾਸ਼ ਧਰ ਸ਼ਸਤਰ ਕਰਾਲਾ ਆ ਗੁਰੂ ਕੇ ਜਿਹੜੇ ਸਿੱਖ ਬਣੇ ਕੇਸ ਰੱਖ ਕੇ ਕੇਸਾਂ ਧਾਰੀ ਦੇ ਪਹਿਲਾਂ ਵੀ ਸੀ ਪਰ ਨਾਲ ਹੁਣ ਕਾਸ਼ ਵੀ ਕਸ਼ਹਿਰਾ ਪਹਿਨ ਲਿਆ। ਪਹਿਲਾਂ ਹੱਥ ਵਿੱਚ ਮਾਲਾ ਰੱਖਦੇ ਸੀ ਹੁਣ ਸ਼ਸਤਰ ਧਾਰ ਲਏ, ਸ਼ਸਤਰਧਾਰੀ ਯੋਧੇ ਬਣ ਗਏ ਜਿਹੜੇ ਭਗਤ ਸਨ। ਏ ਵੀਰ ਰਸ ਮੈਂ ਸਬਦਾਨਾ ਪਹਿਲਾਂ ਨਿਮਰਤਾ ਰੱਖਦੇ ਸੀ ਹੁਣ ਵੀਰ ਰਸ ਦੇ ਵਿੱਚ ਕਹਿੰਦੇ ਭਗਤ ਸਾਵਧਾਨ ਹੋ ਗਏ ਖਾਲਸੇ ਦੇ ਵਿੱਚ ਸਿੱਖਾਂ ਦੇ ਘਰ ਜਨਮ ਲੈ ਕੇ। ਬਿਨਾ ਜੋਧ ਕੁਛ ਚਾਹੇ ਨਾ ਪਹਿਲਾਂ ਹਰ ਸਮੇਂ ਪਰਮੇਸ਼ਰ ਦੀ ਭਗਤੀ ਚਾਹੁੰਦੇ ਸਨ, ਹੁਣ ਕਹਿੰਦੇ ਵੀ ਭਗਤੀ ਦੇ ਨਾਲ ਜੰਗ ਕਰਨ ਤੋਂ ਬਗੈਰ ਕੁਝ ਹੋਰ ਨਹੀਂ ਚਾਹੁੰਦੇ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਹੁਕਮ ਦੇ ਨਾਲ ਸਾਰੇ ਸੰਤਾਂ ਭਗਤਾਂ ਨੇ ਮਹਾਰਾਜ ਸਾਹਿਬ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਗੁਰੂ ਕੇ ਖਾਲਸੇ ਦਾ ਰੂਪ ਧਾਰਨ ਕੀਤਾ। ਭਗਤ ਕਬੀਰ ਸਾਹਿਬ ਦੇ ਮਾਈ ਹੋਈ, ਉਹਨਾਂ ਦੀ ਸੇਵਾ ਜਿਵੇਂ ਪਿਛਲੇ ਜਨਮ ਦੀ ਸੀ ਉਦਾਂ ਹੀ ਇਹ ਮਹਾਰਾਜ ਦੇ ਕੋਲ ਜੇ ਸਿੱਖ ਸਿੱਖਣੀ ਦੇ ਜਨਮ ਵਿੱਚ ਆਏ ਤਾਂ ਉਸੇ ਤਰ੍ਹਾਂ ਦੀ ਭਾਵਨਾ ਦੇ ਨਾਲ ਇੱਕ ਦੂਜੇ ਨਾਲ ਪਿਆਰ ਤੇ ਸੰਤਾਂ ਸਾਧੂਆਂ ਦੀ ਸੇਵਾ ਕਰਦੇ ਰਹੇ। ਭਾਵੇਂ ਕਿ ਕਬੀਰ ਸਾਹਿਬ ਜੀ ਦੇ ਪੂਰਵਲੇ ਜਨਮ ਦੀ ਇਹਦੇ ਵਿੱਚ ਕਥਾ ਹੈ ਪਰ ਨਿਚੋੜ ਇਹਦਾ ਇਹ ਨਿਕਲਿਆ ਕਿ ਕੋਈ ਕਿੱਡਾ ਵੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਸਿੱਖ ਬਣਨਾ ਹੈ ਸਭ ਤੋਂ ਉੱਤਮ ਹੈ। ਗੁਰੂ ਨਾਨਕ ਦਾ ਸਿੱਖ ਹੋਣ ਦੇ ਲਈ ਭਗਤਾਂ ਨੇ ਵੀ ਦੋਹਰੇ ਜਨਮ ਲਿਆ ਤੇ ਦੂਸਰਾ ਸੇਵਾ ਨੂੰ ਮਹਾਨਤਾ ਕਹੀ ਹੈ ਕਿ ਸੇਵਾ ਕਰੋ, ਇਹੀ ਗੁਰੂ ਦੇ ਨਾਲ ਮਿਲਣ ਦਾ ਰਸਤਾ ਹੈ। ਗੁਰੂ ਸਾਹਿਬ ਦੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ। ਮਹਾਰਾਜ ਸਾਹਿਬ ਨੇ ਸੇਵਾ ਸਿਮਰਨ ਦੀ ਮਹਾਨਤਾ ਜਣਾਉਂਦੇ ਹਨ। ਇਹ ਪਵਿੱਤਰ ਭਗਤ ਕਬੀਰ ਮਾਈ ਲੋਈ ਨੇ ਪਿਛਲੇ ਜਾਮੇ ਦਾ ਉਪਦੇਸ਼ ਦਿੱਤਾ ਹੈ। ਸਤਿਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਿੰਦ ਹੈ। ਕਥਾ ਕਰਦਿਆਂ ਅਨੇਕਾਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਏ ਵੀਰ ਰਸ ਮੈਂ ਸਵਦਾਨਾ ਬਿਨਾ ਜੋਧ ਕੁਛ ਚਾਹੇ ਨਾ ਆਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਇਆਲ ਲਾਲ, ਪ੍ਰਾਨਨਾਥ ਅਲਾਪ ਸਕੇ ਦੀਨ ਦਰਦ ਨਿਵਾਰ। ਏ ਸਮਰਾਜ ਅਹੋ ਪੂਰਨ ਹੋਏ ਮਾਇਆ ਤਾਰ, ਅੰਗ ਖੋਬ ਮਹਾ ਭਿਆਨ ਨਾਨਕ ਪਾਰ ਉਤਾਰ। ਏ ਪ੍ਰਭ ਸ਼ਰਣਾਗਤੀ ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਚੜੇ ਸੁਤਰੇ ਪਾਰ, ਜੋ ਸ਼ਰਦਾ ਕਰ ਸੇਵਨ ਵਾਹਿਗੁਰੂ ਪਾਰ ਉਤਾਰਨਹਾਰ। ਜੋ ਸ਼ਰਦਾ ਕਰ ਸੇਵਨ ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦਾ ਜੈਕਾਰਾ ਜਾ ਗੁਰੂ ਕਲਗੀਧਰ ਪਾਤਸ਼ਾਹ ਚਰਨਾਂ ਭਾਵੇ ਨਿਹਾਲ ਜਾਵੇ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਕਿਤੇ ਗੁਰੂ ਨਾਮ ਤੇ ਹਰਿ ਨਾਮ ਫਤਿਹ। ਵਾਹਿਗੁਰੂ